ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਮਨਪ੍ਰੀਤ ਰੰਧਾਵਾ, ਬੜੇ ਸੀਨੀਅਰ ਜਰਨਲਿਸਟ ਨੇ ਔਰ ਅਕਸਰ ਬਰੀਕਬੀਨੀ ਨਾਲ ਗੱਲ ਕਰਦੇ ਆ। ਵੈਲਕਮ ਮਨਪ੍ਰੀਤ ਜੀ। ਸ਼ੁਕਰੀਆ ਰੰਧਾਵਾ ਜੀ। ਮਨਪ੍ਰੀਤ ਜੀ, ਕਈ ਵਰਤਾਰੇ ਬੜੇ ਮਹੀਨ ਹੁੰਦੇ ਆ, ਅਸੀਂ ਉਹਨਾਂ ਦੇ ਵਿਰੋਧੀ ਵੀ ਹੁੰਨੇ ਆ ਲੇਕਿਨ ਉਹਦਾ ਹਿੱਸਾ ਵੀ ਹੁੰਨੇ ਆ। ਪੰਜਾਬ ਦੇ ਵਿੱਚ ਸਿਆਸੀ ਕਲਟ ਜਾਂ ਕੱਦਵਾਰ ਹਸਤੀਆਂ ਜਿਨ੍ਹਾਂ ਨੇ ਸਥਾਪਤੀ ਨੂੰ ਹੋਰ ਮੋਕਲਾ ਕੀਤਾ, ਬਹੁਤੀ ਵਾਰੀ ਜਾਣੇ ਅਣਜਾਣੇ ਦੇ ਵਿੱਚ ਅਸੀਂ ਉਹਨਾਂ ਦਾ ਵਿਰੋਧ ਕਰਦੇ ਆ, ਲੇਕਿਨ ਜਾਣੇ ਅਣਜਾਣੇ ਦੇ ਵਿੱਚ ਹੀ ਅਸੀਂ ਉਹਨਾਂ ਦੇ ਨਾਲ ਤੁਰਦੇ ਆ। ਇਹੀ ਐਸਟੈਬਲਿਸ਼ਮੈਂਟ, ਇਹੀ ਸਥਾਪਤੀ ਰੰਗ ਬਦਲ ਕੇ ਬਾਰ-ਬਾਰ ਆਉਂਦੀ ਰਹਿੰਦੀ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਚੌਟਾਲਾ ਦੀ ਮੁਲਾਕਾਤ ਤੇ ਮੁਲਾਕਾਤ ਦੇ ਵਿੱਚੋਂ ਕੁਝ ਸੰਕੇਤਕ ਗੱਲਾਂ ਦਾ ਉੱਭਰ ਕੇ ਆਉਣਾ, ਇਹ ਪੰਜਾਬ ਦੇ ਪਿਛਲੇ 3 ਤੋਂ 4 ਦਹਾਕਿਆਂ ਦੀ ਰਾਜਨੀਤੀ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਕਾਫੀ ਦਿਲਚਸਪ ਹੈ। ਇਹਦੇ ਤੇ ਗੱਲ ਕਰਾਂਗੇ, ਲੇਕਿਨ ਜੇ ਇੱਕ ਪਲ ਲਈ ਅਸੀਂ ਇਹ ਸੋਚੀਏ ਕਿ ਪਾਰਲੀਮੈਂਟ ਦੇ ਵਿੱਚ ਸਾਡੇ ਮੈਂਬਰ ਪਾਰਲੀਮੈਂਟ, ਜ਼ਿੰਮੇਵਾਰ ਮੈਂਬਰ ਪਾਰਲੀਮੈਂਟ, ਉਹ ਕਿੰਨੇ ਕੁ ਹਾਜ਼ਰ ਤੇ ਗੈਰ ਹਾਜ਼ਰ ਰਹੇ, ਇਹ ਵੀ ਬੜਾ ਵੱਡਾ ਸਵਾਲ ਉੱਠਿਆ। ਸੰਨੀ ਦਿਓਲ ਨਾਲ ਸੰਬੰਧਿਤ ਇੱਕ ਖਬਰ ਉਧਰੋਂ ਤੇ ਇੱਕ ਮੇਰੇ ਹੋਮ ਟਾਊਨ ਗੁਰਦਾਸਪੁਰੋਂ ਵੀ ਆ। ਇਹ ਦੋ ਪਹਿਲੂਆਂ ਤੇ ਵੀ ਗੱਲ ਕਰਾਂਗੇ ਔਰ ਨਾਲ ਦੀ ਨਾਲ ਅਸੀਂ JCT ਮਾਮਲੇ 'ਚ ਲੋਕਪਾਲ ਕੋਲ ਚਲੇ ਗਏ ਮਸਲੇ ਤੇ ਜ਼ਿਕਰ ਕਰਨਾ ਜ਼ਰੂਰੀ ਸਮਝਾਂਗੇ ਔਰ ਤੁਸੀਂ ਉੱਤੇ ਤੱਥ ਵੀ ਰੱਖਦੇ ਹੋ। ਇਹ ਸਾਰੇ ਵਰਤਾਰਿਆਂ ਨੂੰ ਇੱਕ ਦੂਜੇ ਨਜ਼ਰੀਓਂ ਦੇਖਿਆ ਪੰਜਾਬ ਦੀ ਰਾਜਨੀਤੀ ਦੇ ਵਿੱਚ ਸੱਤਾਧਾਰੀ ਦਿੱਲੀ 'ਚ ਪਹੁੰਚੇ ਆ, ਫਿਰ ਲੜਾਈ ਅਜੇ ਵੀ ਉਨੀ ਆ, ਕਸ਼ੀਦਗੀ ਵਧੀ ਹੋਈ ਆ। ਕੈਪਟਨ ਅਮਰਿੰਦਰ ਸਿੰਘ ਔਰ ਸਿੱਧੂ ਖੇਮਿਆਂ ਦੇ ਵਿੱਚ ਅਜੇ ਗੱਲ ਮੁੱਕੀ ਨਹੀਂ। ਸੋਮਵਾਰ ਦਾ ਦਿਨ ਕਾਫੀ ਅਹਿਮ ਰਹਿਣ ਵਾਲਾ, ਜਿੱਦਣ ਕੈਬਨਿਟ ਵੀ ਜੁੜਨੀ ਆ ਤੇ ਹਰੀਸ਼ ਰਾਵਤ ਦੀ ਆਮਦ ਦਾ ਵੀ ਇੰਤਜ਼ਾਰ ਹੈ। ਮੁੜ ਕੇ ਆਵਾਂ, ਪ੍ਰਕਾਸ਼ ਸਿੰਘ ਬਾਦਲ ਨੂੰ ਓਮ ਪ੍ਰਕਾਸ਼ ਚੌਟਾਲਾ ਮਿਲਦੇ ਆ, ਪੁਰਾਣੇ ਦੋਸਤ ਨੇ, ਪਰਿਵਾਰਕ ਰਿਸ਼ਤੇ ਆ, ਗਰਮਜੋਸ਼ੀ ਵੀ ਰਹੀ ਤੇ ਦੋਨਾਂ ਦਾ ਜਿਹੜਾ ਸੰਤੁਲਨ ਸੀ ਬਾਡੀ ਦਾ, ਬਾਡੀ ਲੈਂਗੁਏਜ ਜਿਹਨੂੰ ਕਹਿੰਦੇ ਆ, ਉਹਦੇ 'ਚ ਇਹ ਲੱਗਦਾ ਸੀ ਕਿ ਅਜੇ ਉਹ ਦੋਨੇ ਸਰਗਰਮ ਰਾਜਨੀਤੀ ਦਾ ਅਹਿਮ ਅੰਗ ਨੇ। ਹੁਣ ਸਵਾਲ ਇਹ ਆ ਕਿ ਪ੍ਰਕਾਸ਼ ਸਿੰਘ ਬਾਦਲ ਮਾਰਕਾ ਰਾਜਨੀਤੀ ਨੇ ਅਕਾਲੀ ਰਾਜਨੀਤੀ ਨੂੰ ਨਵੇਂ ਰੰਗ ਰੂਪ ਦਿੱਤੇ। ਮਾਸਟਰ ਤਾਰਾ ਸਿੰਘ ਤੋਂ ਪ੍ਰਕਾਸ਼ ਸਿੰਘ ਬਾਦਲ ਤੱਕ ਰਾਜਨੀਤੀ ਵਿਕੇਂਦਰੀਕਰਨ ਤੋਂ ਕੇਂਦਰੀਕਰਨ ਤੱਕ ਆਈ, ਲੇਕਿਨ ਇਸੇ ਪੀਰੀਅਡ ਦੇ ਵਿੱਚ ਹੀ ਫੈਡਰਲ ਢਾਂਚੇ, ਸੰਘੀ ਢਾਂਚੇ ਦੀ ਵਕਾਲਤ ਹੁੰਦੀ ਰਹੀ। ਗੱਲ ਹੁੰਦੀ ਰਹੀ ਵੱਧ ਅਧਿਕਾਰਾਂ ਦੀ, ਸੱਤਾ ਦੇ ਵਿਕੇਂਦਰੀਕਰਨ ਦੀ, ਲੇਕਿਨ ਘਰ ਦੇ ਵਿੱਚ ਅਸੀਂ ਕੇਂਦਰੀਕਰਨ ਕਰਤਾ, ਮਤਲਬ ਇੱਕ ਬੰਦੇ ਦੇ ਦੁਆਲੇ ਘੁਮਾਤਾ ਸਾਰਾ। ਕੇਂਦਰ ਨੂੰ ਕਹਿੰਦੇ ਰਹੇ ਕਿ ਰਾਜਾਂ ਨੂੰ ਅਧਿਕਾਰ ਵੰਡ ਦਿਓ। ਹੁਣ ਫਿਰ ਉਹ ਰਾਜਨੀਤੀ ਸਿਰ ਚੁੱਕਣ ਲੱਗੀ ਆ। ਪ੍ਰਕਾਸ਼ ਸਿੰਘ ਬਾਦਲ ਸ਼ਾਇਦ ਫੇਰ ਟੇਕ ਓਵਰ ਕਰ ਲੈਣ। ਚੌਟਾਲਾ ਕਹਿ ਗਏ ਨੇ ਦੇਸ਼ ਦੀ ਰਾਜਨੀਤੀ 'ਚ ਪੁਰਾਣਾ ਨੈਰੇਟਿਵ ਸਿਰਜਿਆ ਜਾਵੇ। ਪ੍ਰਕਾਸ਼ ਸਿੰਘ ਬਾਦਲ ਫਿਰ ਹੌਲੀ ਹੌਲੀ ਤੁਰਦੇ ਵੱਖ-ਵੱਖ ਪਾਰਟੀਆਂ ਕੋਲ ਨਜ਼ਰ ਆਉਣਗੇ, ਕੇਂਦਰ ਦੇ ਉੱਤੇ ਹਮਲਾ ਵੀ ਬੋਲਣਗੇ, ਸੰਘੀ ਢਾਂਚੇ ਦੀ ਗੱਲ ਵੀ ਤੁਰੂਗੀ, ਪੰਜਾਬ ਨਾਲ ਧੱਕਿਆਂ ਦੀ ਗੱਲ ਵੀ ਹੋਊਗੀ, ਪੁਰਾਣੇ ਮੁੱਦੇ ਜੇਬ ਚੋਂ ਕੱਢੇ ਜਾਣਗੇ। ਮੈਨੂੰ ਦੱਸਿਓ, ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਲਈ ਫਿਰ ਮੁਸ਼ਕਲ ਬਣ ਰਿਹਾ। ਜਿੱਦਾਂ ਕਹਿੰਦੇ ਹੁੰਦੇ ਅਮਿਤਾਭ ਬੱਚਨ ਦੇ ਸਾਹਮਣੇ ਅਭਿਸ਼ੇਕ ਸਦਾ ਸੰਘਰਸ਼ ਕਰਦਾ ਹੀ ਨਜ਼ਰ ਆਊਗਾ ਤੇ ਸੁਖਬੀਰ ਸਿੰਘ ਬਾਦਲ 12 'ਚ ਜਿੱਤ ਕੇ ਵੀ ਮੁੱਖ ਮੰਤਰੀ ਨਹੀਂ ਬਣਦੇ। ਕਹਿੰਦੇ ਕਾਕਾ ਜੀ ਤੁਸੀਂ ਅਨੁਭਵ ਲੈ ਲਓ, ਅਜੇ ਮੈਂ ਹੈਗਾ। ਤੇ ਜੇ ਐਰਕਾ ਵੀ ਬਾਦਲ ਸਾਹਿਬ ਚੋਣ ਰਣਨੀਤੀ ਤੇ ਰਾਜਨੀਤੀ ਦਾ ਪ੍ਰਮੁੱਖ ਚਿਹਰਾ ਬਣ ਗਏ ਸੁਖਬੀਰ ਲਈ, ਤਾਂ ਫਿਰ ਦੂਰ ਦੀ ਕੌਡੀ ਹੋ ਗਈ। ਰੰਧਾਵਾ ਜੀ, ਬਹੁਤ ਅਹਿਮ ਸਵਾਲ ਆ। ਇਸ ਤੋਂ ਪਹਿਲਾਂ ਕਿ ਆਪਾਂ ਇਸ ਵੱਲ ਵਧੀਏ, ਮੈਂ ਇੱਕ ਛੋਟੀ ਜਿਹੀ ਗੱਲ ਸੁਣਾਦਾ। ਜਦੋਂ ਮੁੱਖ ਮੰਤਰੀ ਹੁੰਦੇ ਸੀ ਪ੍ਰਕਾਸ਼ ਸਿੰਘ ਬਾਦਲ ਪਿਛਲੀ ਟਰਮ ਦੇ ਵਿੱਚ ਹੀ, ਤੇ ਇਹ ਪੱਤਰਕਾਰਾਂ ਨੂੰ ਬੁੱਧਵਾਰ ਵਾਲੇ ਦਿਨ ਬੁਲਾਉਂਦੇ ਹੁੰਦੇ ਸੀ ਆਪਣੇ ਘਰੇ, ਤੇ ਕਈ ਵਾਰੀ ਉਹਨਾਂ ਨਾਲ ਲੰਚ ਕਰਦੇ ਹੁੰਦੇ ਸੀ। ਮਕਸਦ ਇਹ ਹੁੰਦਾ ਸੀ ਕਿ ਚਲੋ ਪਤਾ ਕਰੀਏ ਕਿ ਕੀ ਨਬਜ਼ ਆ ਪੱਤਰਕਾਰਾਂ ਦੀ, ਲੋਕ ਕੀ ਕਹਿੰਦੇ ਆ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਹੁੰਦੀ ਸੀ। ਛੋਟਾ ਜਿਹਾ ਡਾਈਨਿੰਗ ਟੇਬਲ ਹੁੰਦਾ ਸੀ ਇਹਨਾਂ ਦੀ ਲੌਬੀ 'ਚ, ਤੇ ਉੱਥੇ ਪੁੱਛਦੇ ਹੁੰਦੇ ਸੀ। ਤੇ ਉਦੋਂ ਅਸੀਂ ਪੁੱਛਿਆ ਕਿ ਬਾਲ ਸਾਹਿਬ ਹੁਣ ਅਗਲੀ ਟਰਮ ਦਾ ਕੀ ਆ, ਤੁਸੀਂ 5 ਵਾਰੀ ਮੁੱਖ ਮੰਤਰੀ ਬਣ ਚੁੱਕੇ ਹੋ। ਉਹ ਕਹਿੰਦੇ ਮੈਂ ਤਾਂ 6ਵੀਂ ਵਾਰੀ ਵੀ ਬਣਨਾ। ਅੱਜ 94 ਵਰਿਆਂ ਦੇ ਆ ਉਹ, ਤੇ ਜਿਹੜੇ ਓਮ ਪ੍ਰਕਾਸ਼ ਚੌਟਾਲਾ ਦੀ ਤੁਸੀਂ ਗੱਲ ਕਰਦੇ ਹੋ, ਉਹ ਵੀ ਲਗਭਗ 85-86 ਵਰਿਆਂ ਦੇ ਹੋ ਚੁੱਕੇ ਆ। ਦੋਨੇ ਪਰਿਵਾਰ ਕਿਸਾਨੀ ਜਾਂ ਇਸ ਤਰ੍ਹਾਂ ਦੇ ਮੁੱਦਿਆਂ ਦੀ ਰਾਜਨੀਤੀ ਕਰਦੇ ਆ। ਹਾਲਾਂਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਉਹ ਪੰਥਕ ਰਾਜਨੀਤੀ ਵੀ ਕਰਦੀ ਆ। ਕਿਸਾਨੀ ਦੇ ਨਾਲ ਜੁੜੇ ਹੋਏ ਮੁੱਦੇ ਹੋਣ, ਕਿਸਾਨਾਂ ਦੀ ਰਾਜਨੀਤੀ ਹੋਵੇ, ਇਹ ਦੋਨੇ ਪਰਿਵਾਰ ਕਰਦੇ ਆ ਰਹੇ ਆ। ਤੇ ਦੋਨੇ ਪਰਿਵਾਰ ਤੁਸੀਂ ਦੇਖੋ, ਹਰਿਆਣਾ ਤੇ ਪੰਜਾਬ ਦੇ ਆਪਸ 'ਚ ਬਹੁਤ ਚਿਰਾਂ ਤੋਂ ਇਹਨਾਂ ਦੀਆਂ ਸਾਂਝਾਂ ਨੇ, ਬੜੀ ਗੂੜੀ ਨੇੜਤਾ ਇਹਨਾਂ ਦੀ। ਦਰਅਸਲ ਗੱਲ ਇਹ ਹੋਈ ਹੈ ਕਿ ਜਦੋਂ ਤੋਂ ਕਿਸਾਨੀ ਅੰਦੋਲਨ ਚੱਲਿਆ, ਵੈਸੇ ਮੈਂ ਦੱਸਾਂ ਕਿ ਜਿਹੜੇ ਓਮ ਪ੍ਰਕਾਸ਼ ਚੌਟਾਲਾ ਨੇ, ਉਹ ਹਜੇ 2 ਜੁਲਾਈ ਨੂੰ ਹੀ ਜੇਲ੍ਹ ਤੋਂ ਬਾਹਰ ਆਏ ਆ। ਪਹਿਲਾਂ ਤੁਹਾਨੂੰ ਪਤਾ 10 ਸਾਲ ਲਈ ਉਹ ਜੇਲ੍ਹ 'ਚ ਸੀਗੇ। ਤੇ ਇਸ ਤਰ੍ਹਾਂ ਜਿਹੜੀ ਚੌਟਾਲਾ ਪਰਿਵਾਰ ਦੀ ਇੱਕ ਤਾਂ ਰਾਜਨੀਤਿਕ ਜਿਹੜੀ ਉਹਨਾਂ ਦੀ ਸ਼ਕਤੀ ਹੁੰਦੀ ਆ,
ਉਹ ਹਰਿਆਣੇ ਦੇ ਵਿੱਚ ਲਗਭਗ ਖਤਮ ਹੋ ਗਈ ਸੀ। ਆਪ ਜੇਲ੍ਹ 'ਚ ਬੈਠੇ ਸੀ, ਅਧਿਆਪਕਾਂ ਦਾ ਰਿਕਰੂਟਮੈਂਟ ਦਾ ਸਕੈਮ ਸੀ, ਤੁਹਾਨੂੰ ਪਤਾ, ਉਸ 'ਚੋਂ ਜੇਲ੍ਹ ਗਏ ਹੋਏ ਸੀ। ਦੂਸਰੇ ਪਾਸੇ ਉਹਨਾਂ ਦਾ ਜਿਹੜਾ ਗ੍ਰੈਂਡਸਨ ਆ ਦੁਸ਼ਯੰਤ ਕੁਮਾਰ ਚੌਟਾਲਾ, ਉਹ ਇਸ ਟਾਈਮ ਹਰਿਆਣੇ ਦੇ ਵਿੱਚ ਉਪ ਮੁੱਖ ਮੰਤਰੀ ਆ। ਬੜੀ ਦੇਰ ਹੋ ਗਈ ਕਿਸਾਨਾਂ ਨੂੰ ਕਹਿੰਦੇ ਹੋਏ ਕਿ ਭਾਈ ਤੂੰ ਅਸਤੀਫਾ ਦੇ ਦੇ। 10 ਸੀਟਾਂ ਵੈਸੇ ਉਹਦੀਆਂ, ਉਹਦੇ ਨਾਲ ਹੀ ਉਹਨਾਂ ਦੀ ਜਿਹੜੀ ਆ ਮਨੋਹਰ ਲਾਲ ਖੱਟਰ ਆ ਜਿਹੜੇ, ਉਹ ਤਾਂ ਹੀ ਉਹਨਾਂ ਦੀ ਸਰਕਾਰ ਉੱਥੇ ਖੜੀ ਆ, ਜਿਹੜੀ ਬੀਜੇਪੀ ਦੀ ਸਰਕਾਰ ਆ। ਵਾਪਸ ਆਉਨੇ ਆਪਾਂ ਓਮ ਪ੍ਰਕਾਸ਼ ਚੌਟਾਲਾ ਹੋਣਾ ਦੀ ਰਾਜਨੀਤੀ ਤੇ ਕੀ ਮੁਲਾਕਾਤ ਦਾ ਇਹ ਕੀ ਸਿਗਨੀਫੀਕੈਂਸ ਆ। ਇੱਕ ਦੇਖੋ, ਮਤਲਬ ਇੱਕ ਬੜੀ ਇਹ ਪਰਿਵਾਰਕ ਮਨਪ੍ਰੀਤ ਜੀ ਟਸਲ ਹੈਗੀ ਆ ਓਮ ਪ੍ਰਕਾਸ਼ ਚੌਟਾਲਾ ਔਰ ਦੁਸ਼ਯੰਤ ਦੇ ਵਿੱਚ, ਇੱਕ ਪਰਿਵਾਰਕ ਟਸਲ ਵੀ ਆ, ਕਿਉਂਕਿ ਜਿਹੜੇ ਇੱਕ ਸੀਟ ਐਮਐਲਏ ਦੀ ਆਈ ਸੀਗੀ, ਸ਼ਾਇਦ ਉਹ ਇਹਨਾਂ ਦੇ ਬੇਟੇ ਦੀ ਆਈ ਸੀਗੀ, ਉਧਰੋਂ ਪੁੱਤਰ ਆਇਆ ਸ਼ਾਇਦ। ਉਹ ਹੈਗੀ ਹੈ ਜੀ ਅਭੈ ਕੁਮਾਰ ਚੌਟਾਲਾ ਹੋਣਾ ਦੀ। ਉਹਨਾਂ ਨੇ ਉਸ ਤੋਂ ਅਸਤੀਫਾ ਦੇ ਦਿੱਤਾ। ਉਹਨਾਂ ਨੇ ਡੈਡਲਾਈਨ ਬੰਨੀ ਸੀ ਉਦੋਂ, ਮੈਨੂੰ ਯਾਦ ਆ, ਕਿ 26 ਜਨਵਰੀ ਤੱਕ ਜੇ ਇਹ ਜਿਹੜੇ ਕਾਨੂੰਨ ਨੇ, ਖੇਤੀ ਕਾਨੂੰਨ ਕੇਂਦਰ ਸਰਕਾਰ ਵੱਲੋਂ ਜੇ ਨਹੀਂ ਲਿਆਂਦੇ ਗਏ 26 ਜਨਵਰੀ ਤੱਕ, ਤੇ ਮੈਂ ਆਪਣੀ ਜਿਹੜੇ ਇੱਕ ਹੀ ਐਮਐਲਏ ਦੀ ਸੀਟ ਆ ਜਿਹੜੀ ਇੰਡੀਅਨ ਨੈਸ਼ਨਲ ਲੋਕ ਦਲ ਆ, ਤੇ ਉਹਨਾਂ ਨੇ ਉਸ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਫਿਰ ਬਾਅਦ ਕਿਸਾਨਾਂ ਦੇ ਨਾਲ ਜੁੜੇ ਵੀ। ਹੁਣ ਜਦੋਂ ਓਮ ਪ੍ਰਕਾਸ਼ ਚੌਟਾਲਾ ਬਾਹਰ ਆਉਂਦੇ ਨੇ, ਕਿਸਾਨੀ ਅੰਦੋਲਨ ਪੂਰਾ ਮਗਿਆ ਹੋਇਆ, ਸੱਤਾ 'ਚ ਹੈ ਨਹੀਂ, ਸੱਤਾ 'ਚ ਆਉਣਾ ਕਿਸ ਤਰ੍ਹਾਂ? ਜਿੰਨੀ ਦੇਰ ਤੱਕ ਕਿਸਾਨਾਂ ਦਾ, ਉਹਨਾਂ ਨੂੰ ਕਿਸਾਨਾਂ ਦੀ ਸਪੋਰਟ ਨਹੀਂ ਮਿਲਦੀ, ਉਨੀ ਦੇਰ ਤੱਕ ਇਸ ਪਰਿਵਾਰ ਦਾ ਜਾਂ ਇਸ ਪਾਰਟੀ ਦਾ ਵਾਪਸ ਸੱਤਾ ਦੇ ਵਿੱਚ ਆਉਣਾ ਬੜਾ ਮੁਸ਼ਕਿਲ ਆ। ਵੈਸੇ ਤੁਹਾਨੂੰ ਮੈਂ ਇਹ ਵੀ ਦੱਸਦਾ, 25 ਜੁਲਾਈ ਨੂੰ ਜੀਂਦ ਦੇ ਵਿੱਚ ਖਟਕੜ ਜਗ੍ਹਾ, ਉੱਥੇ ਇੱਕ ਟੋਲ ਪਲਾਜ਼ਾ, ਉੱਥੇ ਗਏ ਸੀ ਓਮ ਪ੍ਰਕਾਸ਼ ਚੌਟਾਲਾ, ਤੇ ਜਦੋਂ ਕਿਸਾਨਾਂ ਦੇ ਵਿੱਚ ਬਹਿ ਕੇ ਤੇ ਬਾਅਦ 'ਚ ਇਹਨਾਂ ਨੇ ਕੋਸ਼ਿਸ਼ ਕੀਤੀ, ਜਿਵੇਂ ਆਮ ਤੌਰ ਤੇ ਸਿਆਸੀ ਨੇਤਾਵਾਂ ਦੀ ਆਦਤ ਹੁੰਦੀ ਆ, ਕਿ ਮੈਂ ਇਹਨਾਂ ਨੂੰ ਐਡਰੈਸ ਕਰ ਲਾਂ, ਮੈਂ ਇਹਨਾਂ ਨੂੰ ਕੋਈ ਸਪੀਚ ਦੇ ਲਾਂ, ਭਾਸ਼ਣ ਦੇ ਲਾਂ, ਪਰ ਉਹਨਾਂ ਨੇ ਨਾ ਕਰ ਦਿੱਤੀ। ਉਹ ਕਹਿੰਦੇ ਅਸੀਂ ਸਿਆਸੀ ਨੇਤਾਵਾਂ ਨੂੰ ਆਪਣੀ ਸਟੇਜ ਤੋਂ ਬੋਲਣ ਨਹੀਂ ਦੇਣਾ। ਇਹ ਸਾਰੀਆਂ ਪ੍ਰਸਥਿਤੀਆਂ ਨੂੰ ਦੇਖਦੇ ਹੋਏ ਉਧਰ ਸ਼੍ਰੋਮਣੀ ਅਕਾਲੀ ਦਲ ਵੀ, ਜੇ ਤੁਸੀਂ ਦੇਖੋ ਤੇ ਇਸ ਟਾਈਮ ਲਗਭਗ ਹਾਸ਼ੀਏ ਤੇ ਆ। ਹਾਲਾਂਕਿ ਪਿਛਲੇ ਦਿਨਾਂ 'ਚ ਕਿਹਾ ਜ਼ਰੂਰ ਜਾ ਰਿਹਾ ਕਿ ਸ਼ਾਇਦ ਥੋੜਾ ਬਹੁਤਾ ਉਹਨੂੰ ਸਪੋਰਟ ਮਿਲ ਰਹੀ ਹੈ, ਲੇਕਿਨ ਸੱਤਾ ਪਾਉਣੀ, ਸੱਤਾ ਤੱਕ ਨੇੜੇ ਪਹੁੰਚਣਾ ਜਾਂ ਸੱਤਾ ਹਾਸਲ ਕਰਨੀ, ਹਜੇ ਉਹ ਦੂਰ ਦੀ ਕੌੜੀ ਹੈ। ਗੱਲ ਇਹੀ ਹੈ, ਇਸੇ ਕਰਕੇ ਇਹਨਾਂ ਦੋਨਾਂ ਧੁਰੰਧਰਾਂ ਦੀ ਆਪਸ 'ਚ ਮੀਟਿੰਗ ਹੁੰਦੀ ਹੈ। ਦੂਸਰੇ ਪਾਸੇ ਇੱਕ ਹੋਰ ਅਹਿਮ ਮੁੱਦਾ ਉਹ ਇਹ ਆ ਕਿ ਨੈਸ਼ਨਲ ਲੈਵਲ ਤੇ ਵੀ ਜੇ ਤੁਸੀਂ ਦੇਖੋ ਤੇ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਰਹੀਆਂ, ਲੇਕਿਨ 2-4 ਪਾਰਟੀਆਂ ਇਸ ਤਰ੍ਹਾਂ ਦੀਆਂ ਪੰਜਾਬ ਦੀਆਂ ਖਾਸ ਤੌਰ ਤੇ, ਜਿਹੜੀਆਂ ਉਹਨਾਂ ਵਿਰੋਧੀ ਪਾਰਟੀਆਂ ਦੇ ਨਾਲ ਮਿਲ ਕੇ ਨਹੀਂ ਚੱਲ ਰਹੀਆਂ। ਬਸਪਾ ਲੈ ਲਓ, ਬਹੁਜਨ ਸਮਾਜ ਪਾਰਟੀ ਲੈ ਲਓ, ਆਮ ਆਦਮੀ ਪਾਰਟੀ ਲੈ ਲਓ, ਸ਼੍ਰੋਮਣੀ ਅਕਾਲੀ ਦਲ ਲੈ ਲਓ, ਇਹ ਜ਼ਰੂਰੀ ਹੈ, ਇਹ ਉਸ ਦਾ ਹਿੱਸਾ ਨਹੀਂ ਬਣ ਰਹੀਆਂ, ਕਿਉਂਕਿ ਕਿਤੇ ਨਾ ਕਿਤੇ ਇਹਨਾਂ ਨੂੰ ਫਿਰ ਕਾਂਗਰਸ ਨਾਲ ਸਾਂਝ ਕਰਨੀ ਪਊਗੀ, ਕਿਉਂਕਿ ਉਹਨਾਂ ਵਿਰੋਧੀ ਪਾਰਟੀਆਂ ਦੀ ਜਿਹੜੀ ਮੋਢੀ ਨੇ ਉਹ ਕਾਂਗਰਸ ਚੱਲ ਰਹੀ ਹੈ। ਤੁਹਾਨੂੰ ਪਤਾ ਹੀ, ਰਾਹੁਲ ਗਾਂਧੀ ਆ, ਕਦੇ ਕਪਿਲ ਸਿੱਬਲ ਆਪਣੀ ਮੀਟਿੰਗ ਸੱਦ ਲੈਂਦੇ ਆ, ਕਦੇ ਰਾਹੁਲ ਗਾਂਧੀ ਸੱਦ ਲੈਂਦੇ ਆ। ਸੋ ਕਹਿਣ ਦਾ ਮਤਲਬ ਇਸ ਟਾਈਮ ਬੜੀ ਦੁਚਿੱਤੀ ਚ ਆ। ਆਮ ਤੌਰ ਤੇ ਜਦੋਂ ਇਹ ਨੈਸ਼ਨਲ ਫਰੰਟ ਬਣਦੇ ਹੁੰਦੇ ਸੀ, ਤੀਜੇ ਧੜੇ ਬਣਦੇ ਹੁੰਦੇ ਸੀ, ਤੇ ਉਹ ਵਿਰੋਧੀ ਪਾਰਟੀਆਂ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਸੀ, ਤੇ ਕਈ ਵਾਰੀ ਉਹਦਾ ਕਾਂਗਰਸ ਹਿੱਸਾ ਨਹੀਂ ਸੀ ਹੁੰਦੀ। ਹੁਣ ਤੁਸੀਂ ਦੇਖੋ, ਸ਼ਿਵ ਸੈਨਾ ਵੀ ਉਹਦਾ ਹਿੱਸਾ, ਸ਼ਰਦ ਪਵਾਰ ਹੋਣਾ ਦੀ ਪਾਰਟੀ ਵੀ ਉਹਨਾਂ ਦਾ ਹਿੱਸਾ, ਤ੍ਰਿਣਮੂਲ ਕਾਂਗਰਸ ਵੀ ਉਹਨਾਂ ਦਾ ਹਿੱਸਾ। ਸੋ ਇਸ ਕਰਕੇ ਆਪਣੀ ਸੱਤਾ ਸਾਧਣੀ। ਹੁਣ ਓਮ ਪ੍ਰਕਾਸ਼ ਚੌਟਾਲਾ ਦੀ ਖਾਸ ਗੱਲ ਕੀ ਕਹੀ ਹੈ? ਉਹਨਾਂ ਨੇ ਕਿਹਾ ਕਿ ਬਾਲ ਸਾਹਿਬ, ਤੁਸੀਂ ਬੜੇ ਮਾਹਰ ਹੋ, ਬੜੇ ਮਹਾਰਥੀ ਹੋ, ਥੰਮ ਹੋ ਪੋਲਿਟਿਕਸ ਦੇ, ਤੇ ਤੁਹਾਨੂੰ ਇੱਕ ਹੁਣ ਅੱਗੇ ਆਉਣਾ ਪਊਗਾ ਨੈਸ਼ਨਲ ਪੋਲਿਟਿਕਸ ਦੇ ਵਿੱਚ, ਤੁਹਾਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਜੁੜਨਾ ਪਊਗਾ ਤੁਹਾਡਾ, ਤਾਂ ਕਿ ਤੁਹਾਡੀ ਉਪਸਥਿਤੀ ਦਾ, ਤੁਹਾਡੀ ਮੌਜੂਦਗੀ ਦਾ ਅਹਿਸਾਸ ਹੋਵੇ। ਹੁਣ ਉਹ ਕਿਸ ਤਰ੍ਹਾਂ ਇਸ ਚੀਜ਼ ਨੂੰ ਸਾਧਦੇ ਨੇ, ਉਹ ਬੜੀ ਟ੍ਰਿਕੀ ਗੱਲ ਆ, ਬਹੁਤ ਉਹਨਾਂ ਲਈ ਔਖੀ ਗੱਲ ਹੋਏਗੀ। ਕਈ ਪਾਰਟੀਆਂ ਤੋਂ ਦੂਰ ਰਹਿਣਾ, ਕਿਉਂਕਿ ਬਾਦਲ ਸਾਹਿਬ ਦੀ ਸਿਆਸਤ, ਹਾਲਾਂਕਿ ਤੁਹਾਨੂੰ ਯਾਦ ਆ ਕਿਸੇ ਟਾਈਮ ਕਾਂਗਰਸ ਵੀ ਰਹੇ ਆ ਸ਼ੁਰੂ ਮੁੱਢਲੇ ਦਿਨਾਂ ਦੇ ਵਿੱਚ, ਲੇਕਿਨ ਜਦੋਂ ਤੋਂ ਕਾਂਗਰਸ ਤੋਂ ਟੁੱਟੇ ਨੇ, ਹਮੇਸ਼ਾ ਹੀ ਕਾਂਗਰਸ ਦੇ ਖਿਲਾਫ ਹੋ ਕੇ ਲੜੇ ਆ। ਚਾਹੇ ਕਾਂਗਰਸ ਪੰਜਾਬ ਦੇ ਵਿੱਚ ਹੋਵੇ, ਚਾਹੇ ਕਾਂਗਰਸ ਕੇਂਦਰ ਦੇ ਵਿੱਚ ਹੋਵੇ, ਉਹਨਾਂ ਦੇ ਨਾਲ ਟਕਰਾਅ ਹਮੇਸ਼ਾ ਹੀ ਰਿਹਾ। ਹੁਣ ਉਹਨਾਂ ਦੇ ਨਾਲ ਵਿਰੋਧੀ ਧਿਰ ਵਜੋਂ ਖੜਨਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਇਸ ਟਾਈਮ ਸਥਿਤੀ ਇਹ ਆ, ਕਿਉਂਕਿ ਭਾਰਤੀ ਜਨਤਾ ਪਾਰਟੀ ਨਾਲ ਉਹ ਟੁੱਟ ਚੁੱਕੇ ਆ, ਕਿਸਾਨੀ ਅੰਦੋਲਨ ਨੂੰ ਉਹ ਪੂਰਾ ਸਮਰਥਨ ਦੇ ਚੁੱਕੇ ਆ, ਤੇ ਕਾਂਗਰਸ ਨਾਲ ਉਹ ਖੜ ਨਹੀਂ ਸਕਦੇ, ਤੇ ਕਰਨ ਤੇ ਕੀ ਕਰਨ ਜੀ। ਬਿਲਕੁਲ 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 ਮਨਪ੍ਰੀਤ ਜੀ, ਲੇਕਿਨ ਇਹਦਾ ਮੈਂ ਇੱਕ ਹੋਰ ਵੱਖਰਾ ਐਂਗਲ ਲੈਣਾ ਚਾਹੂੰਗਾ, ਤੁਸੀਂ ਜ਼ਰੂਰ ਉੱਤੇ ਗੱਲ ਕਰਿਓ। ਅਕਾਲੀ ਦਲ ਜਿਹੜਾ ਵਾ ਉਹ ਸੈਂਟਰ ਨਾਲ ਵਿਰੋਧ ਦੀ ਰਾਜਨੀਤੀ ਚੋਂ ਉੱਭਰਦਾ ਹੈ। ਜਦੋਂ ਤੋਂ ਇਹ ਹੋਂਦ ਚ ਆਇਆ, ਤੇ ਇਹਦਾ ਵਿਰੋਧ ਜਿਹੜਾ ਉਹ ਕੇਂਦਰੀ ਹਾਕਮਾਂ ਨਾਲ ਰਹੇ ਆ, ਔਰ ਆਨੰਦਪੁਰ ਦੇ ਮਤੇ ਤੱਕ ਆਉਂਦਿਆਂ ਆਉਂਦਿਆਂ ਇਹ ਬੜਾ ਤਿੱਖਾ ਹੋ ਗਿਆ। ਧਰਮ ਯੁੱਧ ਮੋਰਚਾ, ਐਮਰਜੈਂਸੀ, ਇਹ ਸਾਰੀਆਂ ਗੱਲਾਂ ਦੇ ਵਿੱਚ ਅਕਾਲੀ ਦਲ ਚੈਂਪੀਅਨ ਹੋ ਗਿਆ, ਇਸ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਜਿਹੜੀਆਂ ਕੇਂਦਰ ਕਰਦਾ ਸੂਬਿਆਂ ਨਾਲ। ਲੇਕਿਨ ਹੌਲੀ ਹੌਲੀ ਸੱਤਾ ਦੀ ਆਦਤ ਪੈ ਗਈ, ਤਾਂ ਫਿਰ ਉਹ ਬਹੁਤ ਚੀਜ਼ਾਂ ਸਿਰਫ ਦਿਖਾਵੇ ਮਾਤਰ ਹੀ ਰਹਿ ਗਈਆਂ। ਪ੍ਰਕਾਸ਼ ਸਿੰਘ ਬਾਦਲ ਦਾ ਚਿਹਰਾ ਇਸ ਤਰ੍ਹਾਂ ਹੀ ਜਾਣਿਆ ਜਾਂਦਾ ਸੀ ਕਿ ਜਦੋਂ ਸੱਤਾ ਤੋਂ ਬਾਹਰ ਹੋ ਉਦੋਂ ਤਿੱਖਾ ਵਿਰੋਧ ਕਰ ਲਓ, ਜਦੋਂ ਸੱਤਾ ਦੇ ਵਿੱਚ ਹੋ ਤੇ ਉਦੋਂ ਮਿਲ ਕੇ ਚੱਲ ਲਓ।
ਕੇਂਦਰ ਨਾਲ ਉਹਨਾਂ ਦਾ, ਭਾਵੇਂ ਡਾਕਟਰ ਮਨਮੋਹਨ ਸਿੰਘ ਹੋਣ ਜਾਂ ਉਸ ਤੋਂ ਪਹਿਲਾਂ ਵਾਜਪਾਈ ਹੋਣ, ਕਿਸੇ ਨਾਲ ਉਹਨਾਂ ਦੀ ਐਸੋਸੀਏਸ਼ਨ ਆ, ਕਿਸੇ ਨਾਲ ਵਿਰੋਧ ਆ, ਲੇਕਿਨ ਯਾਰੀ ਪੂਰੀ ਰਹੀ ਆ। ਉਹ ਕਹਿੰਦੇ ਜੀ ਮੈਨੂੰ ਤਾਂ ਕਦੇ ਕੋਈ ਮਨਾ ਨਹੀਂ ਕਰਦਾ। ਹੁਣ ਜੀ ਦੇਖਣ ਵਾਲੀ ਗੱਲ ਕੀ ਹੈ ਕਿ ਸਾਡੀ ਪੰਜਾਬ ਦੀ ਸਥਿਤੀ ਰਵਾਇਤੀ ਪਾਰਟੀਆਂ ਦੇ ਖਿਲਾਫ ਬਣੀ ਹੋਈ ਆ। ਪਿਛਲੇ 12-14 ਸਾਲਾਂ ਤੋਂ, 12-13 ਸਾਲਾਂ ਤੋਂ ਲੋਕ ਸਥਾਪਤੀ ਨੂੰ, ਰਵਾਇਤੀ ਪਾਰਟੀਆਂ ਨੂੰ ਪਾਸੇ ਕਰਕੇ ਕੁਝ ਨਵੀਂ ਤਰ੍ਹਾਂ ਦਾ ਚਾਹੁੰਦੇ ਆ, ਕਿਉਂਕਿ ਪੰਜਾਬ ਦਾ ਬਹੁਤ ਬੁਰਾ ਹਾਲ ਹੋਇਆ ਹਰ ਮਾਮਲੇ ਜੀ 'ਚ। ਪ੍ਰਕਾਸ਼ ਸਿੰਘ ਬਾਦਲ ਲੋਕਾਂ ਨੂੰ ਲਾਰਿਆਂ ਲੋਰਿਆਂ ਦੇ ਵਿੱਚ ਲਿਆ ਕੇ ਅੱਗੇ ਆਏ ਨੇ, ਔਰ ਉਹ ਰਾਜਨੀਤੀ ਨੇ ਪੰਜਾਬ ਦਾ ਬੇੜਾ ਗਰਕ ਕੀਤਾ। ਹੁਣ ਜਦੋਂ ਫਿਰ ਇੱਕ ਵਾਰੀ ਮੂਵਮੈਂਟ ਸੀਗੀ ਕਿ ਜਿਹੜੀ ਰਾਜਨੀਤੀ ਆ ਉਹ ਬਦਲਾਅ ਦੀ ਹੋਵੇ, ਭਾਵੇਂ ਆਮ ਆਦਮੀ ਹੋਵੇ ਜਾਂ ਉਹ ਤੋਂ ਇਲਾਵਾ ਕੋਈ, ਸਥਾਪਤੀ ਜੀ ਨੇ ਬੜੇ ਮਹੀਨ ਤਰੀਕੇ ਨਾਲ ਇੱਕ ਬਿਰਤਾਂਤ ਸਿਰਜ ਲਿਆ। ਕਾਂਗਰਸੀਆਂ ਨੇ ਅੰਦਰ ਹੀ ਵਿਰੋਧ ਦਾ ਇੱਕ ਸਾਂਚਾ ਬਣਾ ਲਿਆ ਤੇ ਸਥਾਪਤੀ ਫਿਰ ਮੂਰੇ ਖੜੀ ਹੋ ਗਈ। ਉਹ ਜਿਹੜੀ ਵਿਰੋਧ ਕਰ ਰਹੀ ਧਿਰਾ ਬਦਲਾਅ ਵਾਲੀ ਸਿੱਧੂ, ਉਹ ਵਿਰੋਧ ਕਰ ਰਹੀ ਹੈ ਫਿਰ ਸਥਾਪਤੀ ਦਾ, ਉਹ ਜੀ ਐਸਟੈਬਲਿਸ਼ਮੈਂਟ ਦਾ ਹੀ ਵਿਰੋਧ ਕਰ ਰਹੀ ਆ, ਇੱਕ ਬਨੇ ਅਮਰਿੰਦਰ ਦਾ, ਦੂਜੇ ਬਨੇ ਬਾਦਲਾਂ ਦਾ। ਸੋ ਜਦੋਂ ਜੀ ਦੋ ਧਿਰਾਂ ਟਕਰਾਉਂਦੀਆਂ ਤੇ ਉਹ ਟੱਕਰ ਦੋਵਾਂ 'ਚ ਹੀ ਹੁੰਦੀ, ਤੀਜਾ ਵਿੱਚੋਂ ਮਾਈਨਸ ਹੋ ਜਾਂਦਾ, ਉਹ ਦਰਸ਼ਕ ਬਣ ਜਾਂਦਾ। ਇਹ ਮਨਪ੍ਰੀਤ ਜੀ ਦੇਖਣ ਵਾਲੀ ਗੱਲ ਆ ਕਿ ਪੰਜਾਬ ਦੀ ਤੀਜੀ ਤੇ ਚੌਥੀ ਧਿਰ ਮਹਿਜ ਦਰਸ਼ਕ ਰਹਿ ਗਈ ਆ। ਸਿੱਧੂ ਦਾ ਹਮਲਾ ਹੁੰਦਾ ਬਾਦਲਾਂ ਤੇ ਬਾਦਲ ਉਹਦੇ ਨਾਲ ਤਗੜੇ ਹੁੰਦੇ ਆ। ਸਿੱਧੂ ਦਾ ਹਮਲਾ ਹੁੰਦਾ ਵਾ ਕੈਪਟਨ ਅਮਰਿੰਦਰ ਸਿੰਘ ਤੇ। ਸੋ ਦੋਨਾਂ ਦੇ ਟਕਰਾਅ ਚੋਂ ਸੱਤਾ ਪਰਿਵਰਤਨ ਹੁੰਦਾ ਰਹਿੰਦਾ, ਕਦੇ ਇੱਧਰ ਕਦੇ ਉੱਧਰ, ਤੇ ਇਹ ਜਿਹੜਾ ਮਹੀਨ ਵਰਤਾਰਾ ਇਹ ਵਾਪਰ ਜਾਂਦਾ ਤੇ ਅਸੀਂ ਇਹਦਾ ਹਿੱਸਾ ਹੋ ਜਾਂਦੇ ਹਾਂ। ਜੇ ਪ੍ਰਕਾਸ਼ ਸਿੰਘ ਬਾਦਲ ਅੱਜ ਫੇਰ ਜਾ ਕੇ ਖੜ ਜਾਂਦੇ ਆ, ਸੁਖਬੀਰ ਸਿੰਘ ਬਾਦਲ ਪ੍ਰਮਾਣ ਨਹੀਂ ਹੋ ਰਹੇ, ਪ੍ਰਕਾਸ਼ ਸਿੰਘ ਬਾਦਲ ਸੈਂਟਰ ਦੇ ਖਿਲਾਫ ਪ੍ਰਮਾਣ ਹੋਣਾ ਸ਼ੁਰੂ ਹੋ ਜਾਂਦੇ ਆ, ਕੇਂਦਰੀ ਲੀਡਰਸ਼ਿਪ ਦੇ ਵਿੱਚ ਚਿਹਰਾ ਬਣ ਕੇ ਉੱਭਰਨ ਡੈ ਪੈਂਦੇ ਆ, ਤੇ ਉਹ ਇੱਥੇ ਵੀ ਕਾਂਗਰਸ ਦਾ ਵਿਰੋਧ ਕਰਦੇ ਆ ਤੇ ਉਹ ਪੰਥਕ ਤੇ ਕਿਸਾਨੀ ਰਾਜਨੀਤੀ ਦੇ ਅਲੰਬਰਦਾਰ ਵਜੋਂ ਅੱਗੇ ਵਧਦੇ ਆ, ਫਿਰ ਦੋਵਾਂ ਧਿਰਾਂ 'ਚ ਲੜਾਈ ਹੋਊਗੀ। ਮਾਰਜਨ ਥੋੜਾ ਬਹੁਤਾ ਵੱਧ ਘਟ ਜਾਵੇ ਵੱਖਰੀ ਗੱਲ ਆ। ਮੈਨੂੰ ਇਹ ਦੱਸਿਓ, ਇਹ ਬੜੀ ਬਰੀਕ ਜੀ ਤੰਦ ਸੋਚ ਸਮਝ ਕੇ ਬਣਾ ਲਈ ਜਾਂਦੀ ਆ, ਇਹ ਬੁਣ ਲਈ ਜਾਂਦੀ ਆ ਤੇ ਅਸੀਂ ਇਹਦਾ ਹਿੱਸਾ ਹੋ ਜਾਂਦੇ ਹਾਂ? ਬਿਲਕੁਲ ਅਸੀਂ ਇਹਦਾ ਹਿੱਸਾ ਹੋ ਜਾਂਦੇ ਆ। ਰੰਧਾਵਾ ਜੀ, ਤੁਸੀਂ ਇਹ ਸਥਾਪਿਤ ਪਾਰਟੀਆਂ ਦੀ, ਟ੍ਰੈਡੀਸ਼ਨਲ ਪਾਰਟੀਆਂ ਦੀ, ਰਵਾਇਤੀ ਪਾਰਟੀਆਂ ਦੀ ਗੱਲ ਕੀਤੀ, ਤੇ ਆਪਾਂ ਜਦੋਂ ਇਹ ਗੱਲਾਂ ਕਰ ਰਹੇ ਆ ਤੇ ਰਵਾਇਤੀ ਪਰਿਵਾਰਾਂ ਦੀ ਗੱਲ ਪਿੱਛੇ ਨਹੀਂ ਰਹਿ ਸਕਦੀ। ਤੁਸੀਂ ਜੀ ਦੇਖੋ, ਜਦੋਂ 1966 ਤੋਂ ਜਦੋਂ ਤੋਂ ਇਹ ਸੂਬੇ ਵੱਖਰੇ ਹੋਏ ਆ, ਜਦੋਂ ਹਰਿਆਣਾ ਬਣਿਆ, ਪੰਜਾਬ ਵੱਖਰਾ ਹੋਇਆ, ਇਹੀ 2-4 ਪਰਿਵਾਰਾਂ ਦੀ ਸੱਤਾ ਕਾਬਜ਼ ਰਹੀ ਆ। ਹਰਿਆਣੇ ਦੇ ਵਿੱਚ ਕੀ ਹੋਇਆ ਕਿ ਇਹ ਜਿਹੜੇ ਪਰਿਵਾਰ ਸੀ, ਕਿਸ ਟਾਈਮ ਦੇਵੀ ਲਾਲ ਦੇ ਪਰਿਵਾਰ ਹੋਏ, ਓਮ ਪ੍ਰਕਾਸ਼ ਚੌਟਾਲਾ ਹੋਣਾ ਦੇ ਪਰਿਵਾਰ ਹੋਏ, ਭਜਨ ਲਾਲ ਹੋਣਾ ਦੇ ਪਰਿਵਾਰ, ਬੰਸੀ ਲਾਲ, ਉਹ ਸੱਤਾ ਚੋਂ ਲਗਭਗ ਬਾਹਰ ਹੋ ਗਏ ਆ। ਪੰਜਾਬ ਦੇ ਵਿੱਚ ਹਜੇ ਵੀ ਉਹੀ 2-4 ਪਰਿਵਾਰਾਂ ਦੇ ਜਿਹੜੇ ਹੱਥ 'ਚ ਸੱਤਾ, ਚਾਹੇ ਬਾਦਲ ਪਰਿਵਾਰ ਆ, ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਪਰਿਵਾਰ ਵੀ ਤੁਸੀਂ ਦੇਖੋ 10 ਸਾਲ ਉਸ ਤੋਂ ਬਾਅਦ ਵੀ ਜਦੋਂ ਪ੍ਰਧਾਨ ਵੀ ਰਹਿੰਦੇ ਆ, ਸੱਤਾ ਤੇ ਕਾਬਜ਼ ਰਹਿੰਦੇ ਆ। ਲੈ ਦੇ ਕੇ ਸਾਡੇ ਕੋਲ ਕਿੰਨੇ ਕੁ ਪਰਿਵਾਰ ਆ। ਹੁਣ ਜਦੋਂ ਤੀਸਰਾ ਕੋਈ ਨਵੀਂ ਧਿਰ ਆਉਂਦੀ ਆ ਤੇ ਇਹ ਜਿਹੜੇ ਪਰਿਵਾਰ ਬਹੁਤ ਦੇਰ ਤੋਂ ਸੱਤਾ ਭੋਗ ਰਹੇ ਆ, ਜਦੋਂ ਬਹੁਤ ਦੇਰ ਤੋਂ ਸੱਤਾ ਦਾ ਸੁੱਖ ਇਹ ਲੈ ਰਹੇ ਆ, ਇਹਨਾਂ ਨੂੰ ਮਨਜ਼ੂਰ ਨਹੀਂ ਹੈ ਕੋਈ ਤੀਸਰੀ ਧਿਰ ਇਹਨਾਂ ਦੇ ਵਿੱਚ ਆ ਕੇ ਸ਼ਾਮਲ ਹੋ ਜੇ। ਆਪਾਂ ਅੱਗੇ ਇੱਕ ਦਿਨ ਗੱਲ ਕੀਤੀ ਸੀ ਕਿ ਚਾਹੇ ਕੋਈ ਪੋਲੀਟੀਕਲ ਪਾਰਟੀ ਹੋਵੇ, ਚਾਹੇ ਕੋਈ ਵੀ ਸੱਤਾ 'ਚ ਹੋਵੇ ਜਾਂ ਉਹ ਸੱਤਾ ਤੋਂ ਬਾਹਰ ਵਿਰੋਧੀ ਧਿਰ ਹੋਵੇ, ਇਹਨਾਂ ਦੇ ਜਿਹੜੇ ਧੰਦੇ ਨੇ, ਇਹਨਾਂ ਦੇ ਜਿੰਨੇ ਵਪਾਰ ਨੇ, ਉਹ ਬਹੁਤ ਸੌਖੇ ਢੰਗ ਨਾਲ ਚੱਲਦੇ ਰਹਿੰਦੇ ਆ। ਕੋਈ ਫਰਕ ਨਹੀਂ ਪੈਂਦਾ। ਲੋਕੀ ਆਪਸ ਸੱਥਾਂ 'ਚ ਬਹਿ ਕੇ, ਡਰਾਇੰਗ ਰੂਮਸ ਦੇ ਵਿੱਚ ਬਹਿ ਕੇ ਬਹਿਸ ਕਰਦੇ ਆ, ਲੜ ਪੈਂਦੇ ਆ, ਹੋ ਸਕਦਾ ਕਈ ਵਾਰੀ ਹੱਥੋਂ ਪਾਈ ਵੀ ਹੋ ਜਾਂਦੇ ਹੋਣ, ਲੇਕਿਨ ਇਹਨਾਂ ਲੋਕਾਂ ਨੂੰ ਪਤਾ ਹੁੰਦਾ ਕਿ ਰਲ ਕੇ ਕਿੱਦਾਂ ਚੱਲਣਾ, ਮਿਲ ਕੇ ਕਿੱਦਾਂ ਚੱਲਣਾ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਐਤਕੀ ਇਹ ਵੀ ਦੇਖਣਾ ਪਊਗਾ ਕਿ ਜਿਹੜੀ ਰਵਾਇਤੀ ਪਰਿਵਾਰ ਆ, ਜੇ ਕੋਈ ਚੰਗੇ ਬੰਦੇ ਹੁੰਦਾ, ਦੇਖੋ ਰੰਧਾਵਾ ਜੀ, ਇੱਕ ਬੜੀ ਵੱਡੀ ਗੱਲ ਆ, ਬਹੁਤ ਸਾਰੇ ਲੋਕੀ ਕਹਿੰਦੇ ਆ ਵੀ ਆਹ ਵੀ ਖਰਾਬ ਆ, ਉਹ ਵੀ ਖਰਾਬ ਆ, ਤੇ ਫਿਰ ਵੋਟ ਕਿਹਨੂੰ ਪਾਈਏ? ਜਿੰਨੀ ਦੇਰ ਤੱਕ ਅਸੀਂ ਆਪਣੇ ਇਲਾਕਿਆਂ 'ਚੋਂ ਚੰਗਿਆਂ ਬੰਦਿਆਂ ਨੂੰ, ਪੜ੍ਹੇ ਲਿਖੇ, ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ, ਦੇਖੋ ਇਹ ਕਹਿਣਾ ਬੜਾ ਆਸਾਨ ਆ, ਕਰਨਾ ਬਹੁਤ ਔਖਾ। ਜਿੰਨੀ ਦੇਰ ਤੱਕ ਅਸੀਂ ਉਸ ਪਾਸੇ ਵੱਲ ਨੂੰ ਨਹੀਂ ਵਧਾਂਗੇ, ਉਨੀ ਦੇਰ ਤੱਕ ਜਿਹੜੀ ਚੇਂਜ ਅਸੀਂ ਚਾਹੁੰਦੇ ਹਾਂ, ਜਿਸ ਤਰ੍ਹਾਂ ਦੀਆਂ ਪਾਰਟੀਆਂ ਅਸੀਂ ਚਾਹੁੰਦੇ ਹਾਂ ਕਿ ਰਵਾਇਤੀ ਪਾਰਟੀਆਂ ਤੋਂ, ਰਵਾਇਤੀ ਪਰਿਵਾਰਾਂ ਤੋਂ ਸਾਨੂੰ ਛੁਟਕਾਰਾ ਮਿਲੇ, ਉਨੀ ਦੇਰ ਤੱਕ ਨਹੀਂ ਮਿਲਣਾ। ਇਹ ਜਿਹੜੀ ਦੁਬਾਰਾ ਕਵਾਇਦ ਸ਼ੁਰੂ ਹੋਈ ਆ, ਜਿਹੜੀ ਆਪਾਂ ਗੱਲ ਕਰਦੇ ਆ, ਇਹ ਚਾਹੇ ਚੌਟਾਲਿਆਂ ਦੀ ਹੋਵੇ, ਚਾਹੇ ਬਾਦਲਾਂ ਦੀ ਹੋਵੇ, ਇਹੀ ਆ ਕਿ ਸੱਤਾ ਸਾਡੇ ਕੋਲੋਂ ਖੁੱਸ ਕਿੱਦਾਂ ਗਈ ਤੇ ਵਾਪਸ ਲੈਣੀ ਕਿਸ ਤਰ੍ਹਾਂ। ਸਿਰਫ ਇੰਨੀ ਕੀ ਗੱਲ ਆ ਜੀ। ਇਹਦੇ ਵਿੱਚ ਮਨਪ੍ਰੀਤ ਜੀ ਇੱਕ ਪਹਿਲੂ ਬੜਾ ਵੱਡਾ ਹੈ ਕਿ ਪੈਸਾ ਤੇ ਸੱਤਾ ਦਾ ਜਿਹੜਾ ਨੈਕਸਸ ਹੈ ਉਹ ਬੜਾ ਖਤਰਨਾਕ ਹੱਦ ਤੱਕ ਹੈ। ਇਹਦੇ ਵਿੱਚ ਪੈਸੇ ਦੀ ਇਨਵੋਲਵਮੈਂਟ ਇੰਨੀ ਆ ਕਿ ਤੁਸੀਂ ਕਿਸੇ ਵੀ ਨੈਰੇਟਿਵ ਨੂੰ, ਉਹ ਭਾਵੇਂ ਬਹੁਤ ਨੈਗੇਟਿਵ ਹੋਵੇ, ਤੁਸੀਂ ਉਹਨੂੰ ਇੰਨਾ ਕੁ ਛਾੜ ਲੈਂਦੇ ਹੋ। ਰਾਜਨੀਤੀ ਦੇ ਵਿੱਚ ਜਿਹੜੀ ਚੰਗੀ ਚੀਜ਼ ਹੋ ਰਹੀ ਹੁੰਦੀ ਆ, ਉਹਦੇ ਮੁਕਾਬਲੇ ਤੇ ਕੁਝ ਐਸੀ
ਇਨਸੀਡੈਂਟ, ਕੁਝ ਘਟਨਾਵਾਂ ਉਸੇ ਦਿਨ ਹੀ ਵਾਪਰਦੀਆਂ ਨੇ ਜਿਹੜੀਆਂ ਉਹ ਚੰਗੀ ਚੀਜ਼ ਨੂੰ ਇਦਾਂ ਸਨੱਬ ਕਰ ਲੈਂਦੀਆਂ, ਔਰ ਇਹ ਬੜਾ ਸੋਚਿਆ ਸਮਝਿਆ ਪਹਿਲੂ ਹੁੰਦਾ। ਤੁਸੀਂ ਕਿਸੇ ਦਿਨ ਜੀ ਅਨਾਉਂਸ ਕਰਕੇ ਦੇਖ ਲਓ ਕਿ ਫਲਾਣੇ ਦਿਨ ਪੰਜਾਬ ਦੀ ਰਾਜਨੀਤੀ 'ਚ ਆਹ ਚੰਗੇ ਲੋਕ ਇਕੱਠੇ ਹੋਣਗੇ, ਉਦੋਂ ਹੀ ਕੋਈ ਐਸਾ ਟੇਢਾ ਮਸਲਾ ਲਿਆ ਕੇ ਵੜਨਗੇ ਕਿ ਉਹ ਸਾਰੇ ਦੀ ਸਾਰੀ ਮਾਈਲੇਜ ਉਧਰ ਜਾਣੀ ਆ ਤੇ ਸਾਡੇ ਲੋਕ ਵੀ ਉਹਦਾ ਹਿੱਸਾ ਹੋ ਜਾਂਦੇ। ਹੁਣ ਇਹ ਤੋਂ ਅਗਲਾ ਪਹਿਲੂ ਬਹੁਤ ਅਹਿਮ ਆ ਕਿ ਜੀ ਜਦੋਂ ਨਵਜੋਤ ਸਿੰਘ ਸਿੱਧੂ ਆਪਣੇ ਕੱਲ ਅੰਮ੍ਰਿਤਸਰ ਦੇ ਵਿੱਚ ਕਹਿ ਰਿਹਾ ਕਿ ਅਸੀਂ ਆਹ ਜਿਹੜੇ 2-3 ਮਸਲੇ ਆ ਜਾਂ ਤਾਂ ਕਰ ਦੇਵੇ ਸਰਕਾਰ, ਨਹੀਂ ਤਾਂ ਫਿਰ ਐਮਐਲਏ ਕਰ ਦੇਣਗੇ, ਮਤਲਬ ਵਿਧਾਨ ਸਭਾ ਦੇ ਵਿੱਚ ਇਹ ਤਾਂ ਹੋ ਜਾਣਾ, ਹੁਣ ਅਗਲੇ ਸੈਸ਼ਨ ਦੇ ਵਿੱਚ ਆਹ ਹੋਊਗਾ। ਬਹੁਤ ਸਾਫ਼ ਜਿਹੇ ਲਫ਼ਜ਼ਾਂ ਦੇ ਵਿੱਚ ਹੈ ਕਿ ਅਸੀਂ ਕੁਝ ਇੱਕ ਕਰਪਟ ਪ੍ਰੈਕਟਿਸਿਸ ਨੂੰ ਹੀ ਅਜੇ ਮੇਨ ਧਾਰਾ ਦਾ ਹਿੱਸਾ ਸਮਝਦੇ ਪਏ ਆ। ਹਾਂ, ਹੱਥ ਪੈਣੇ ਚਾਹੀਦੇ ਆ, ਨਸ਼ੇ ਹੋਣ, ਬਿਜਲੀ ਸਮਝੌਤੇ ਹੋਣ, ਜਿੰਨੇ ਵੀ ਮਸਲੇ ਉਹਨਾਂ ਨੂੰ ਹੱਲ ਕਰਨਾ ਬਣਦਾ, ਪਰ ਅਗਲੇ ਬੰਨੇ ਅਸੀਂ ਕਿੱਦਾਂ ਵਧਣਾ ਕੋਈ ਨਹੀਂ ਦੱਸ ਰਿਹਾ। ਭੇੜ ਉਦਾਂ ਦਾ ਹੀ ਆ ਕਿ ਮੈਂ ਇਹਦੀ ਕਾਲਰ ਫੜ ਲਾਂ, ਮੈਂ ਇਹਨੂੰ ਗਾਲਾਂ ਕੱਢ ਲਾਂ। ਭਾਸ਼ਾ ਤਿੱਖੀ ਜਿੰਨੀ ਹੁੰਦੀ ਆ ਉਹਨਾਂ ਸਾਨੂੰ ਸਵਾਦ ਆਉਂਦਾ ਹੈ, ਉਹਨਾਂ ਹੀ ਸਾਨੂੰ ਲੀਡਰ ਵੱਡਾ ਹੁੰਦਾ ਨਜ਼ਰ ਆਉਂਦਾ ਹੈ। ਹੁਣ 3-4 ਚਿਹਰਿਆਂ ਦੁਆਲੇ ਅਜੇ ਵੀ ਗੱਲ ਉਹੀ ਘੁੰਮ ਰਹੀ ਆ ਤੇ ਉਹੀ ਰਾਜਨੀਤੀ ਸਰੂਪ ਬਦਲ ਰਹੀ ਆ। ਜੇ ਹਰੀਸ਼ ਰਾਵਤ ਚੰਡੀਗੜ੍ਹ ਚ ਆ ਜਾਣਗੇ ਤੇ ਉਹ ਚੰਡੀਗੜ੍ਹ ਦੇ ਵਿੱਚ ਆ ਕੇ ਕਿਸ ਦਿਸ਼ਾ ਚ ਜਾਣਗੇ ਇਹ ਵੀ ਦੇਖਣਾ ਬਣਦਾ ਹੈ। ਜੇਕਰ ਚੰਡੀਗੜ੍ਹੋਂ ਕੁਝ ਐਮਐਲਏ ਤੇ ਕੁਝ ਵਜ਼ੀਰ ਦਿੱਲੀ ਚ ਜਾ ਕੇ ਕੈਪਟਨ ਦੇ ਖਿਲਾਫ ਗੱਲ ਕਰ ਰਿਹਾ ਤੇ ਇਹ ਵੀ ਉਸੇ ਵਰਤਾਰੇ ਦਾ ਹਿੱਸਾ ਹੈ। ਇਹਦੇ ਚ ਬਦਲਾਅ ਕਿੱਥੇ ਆ? ਆਉਂਦੇ ਦਿਨਾਂ ਦੀ ਰਾਜਨੀਤੀ ਚ ਪੰਜਾਬ ਦੇ ਲੋਕਾਂ ਲਈ ਕੁਝ ਸਿਖਾਵਾਂ ਕਿੱਥੇ ਆ? ਮੈਨੂੰ ਇਹ 2-3 ਘਟਨਾਵਾਂ ਨੂੰ ਨਾਲ ਜੋੜ ਕੇ ਅੱਗੇ ਵਧਾ ਦਿਓ। ਰੰਧਾਵਾ ਜੀ, ਦੇਖੋ ਤੁਸੀਂ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਕਹਿੰਦੇ ਆ ਕਿ ਨਹੀਂ ਤਾਂ ਅਸੀਂ ਐਮਐਲਏ ਰਲ ਕੇ ਇਹ ਦੇਖ ਲਾਂਗੇ ਕਿਹਨੂੰ ਮੁੱਖ ਮੰਤਰੀ ਲਾਉਣਾ ਜਾਂ ਕਿਹਨੂੰ ਲਾਉਣਾ। ਗੱਲ ਸਿਰਫ ਇੰਨੀ ਹੈ ਕਿ ਆਮ ਤੌਰ ਤੇ ਹੋਣਾ ਇਸੇ ਤਰ੍ਹਾਂ ਹੀ ਚਾਹੀਦਾ। ਜਿਹੜੇ ਵਿਧਾਇਕ ਚੁਣ ਕੇ ਆਉਂਦੇ ਆ ਉਹ ਆਪਣਾ ਮੁੱਖ ਮੰਤਰੀ ਵੀ ਚੁਣ ਲੈਣ, ਹੁੰਦਾ ਨਹੀਂ ਇਸ ਤਰ੍ਹਾਂ। ਉੱਤੋਂ ਥਾਪੇ ਜਾਂਦੇ ਨੇ, ਉੱਤੋਂ ਥੋਪੇ ਜਾਂਦੇ ਨੇ। ਪ੍ਰਧਾਨ ਮੰਤਰੀ ਹੋਵੇ ਉਹ ਐਮਪੀ ਚੁਣ ਕੇ ਆਉਂਦੇ ਆ। ਜਿੱਦਣ ਜੀ ਐਮਪੀਜ਼ ਆਪਣਾ ਪ੍ਰਧਾਨ ਮੰਤਰੀ ਚੁਣ ਲੱਗੇ ਇਕੱਠੇ ਬਹਿ ਕੇ, ਉਦੋਂ ਮੈਨੂੰ ਲੱਗਦਾ ਇਸ ਸੱਤਾ ਦੇ ਵਿੱਚ ਵੀ ਪਰਿਵਰਤਨ ਆਊਗਾ। ਲੇਕਿਨ ਮੈਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ, ਉਹ ਥੋਪੇ ਜਾਂਦੇ ਨੇ। ਹੁਣ ਗੱਲ ਰਹਿ ਗਈ, ਤੁਸੀਂ ਦੇਖੋ ਇਹਨਾਂ ਚੀਜ਼ਾਂ ਨਾਲ ਆਮ ਪ੍ਰਸ਼ਾਸਨ ਤੇ ਐਡਮਿਨਿਸਟ੍ਰੇਸ਼ਨ ਤੇ ਕਿੰਨਾ ਫਰਕ ਪੈਂਦਾ। 2 ਮਹੀਨੇ ਦਾ ਸਮਾਂ ਹੋ ਗਿਆ, ਕੈਬਨਿਟ ਦੀ ਮੀਟਿੰਗ ਨਹੀਂ ਹੋਈ। ਜਿਹੜੀ ਤੁਸੀਂ ਕੈਬਨਿਟ ਮੀਟਿੰਗ ਦੀ 16 ਅਗਸਤ ਨੂੰ ਮੀਟਿੰਗ ਹੋਣ ਜਾ ਰਹੀ ਆ, ਦੇਖੋ ਕਿੰਨੇ ਅਹਿਮ ਮਸਲੇ ਹੁੰਦੇ ਨੇ, ਕਿੰਨੇ ਅਹਿਮ ਮੁੱਦੇ ਹੁੰਦੇ ਨੇ। ਆਪਾਂ ਜੇ ਤੁਸੀਂ ਐਸੀ ਸਟੂਡੈਂਟਸ ਦੇ ਵੈਲਫੇਅਰ ਦੀ ਗੱਲ ਕਰੀਏ ਜਾਂ ਉਹਨਾਂ ਭਾਈਚਾਰੇ ਬਾਰੇ, ਉਹਨਾਂ ਦੇ ਜਿਹੜੀਆਂ ਲਾਭਪਾਤਰ ਸਕੀਮਾਂ ਬੜੀਆਂ ਹੁੰਦੀਆਂ ਉਹਨਾਂ ਦੀ ਗੱਲ ਕਰੀਏ, ਤਾਂ ਉਹਨਾਂ ਬਾਰੇ ਜ਼ਿਕਰ ਹੀ ਨਹੀਂ ਹੁੰਦਾ। ਕਿਉਂਕਿ ਕੈਪਟਨ ਸਾਹਿਬ ਜਾਂ ਕੈਪਟਨ ਮੁੱਖ ਮੰਤਰੀ ਉਹ ਹੋਰ ਹੀ ਕੰਮਾਂ ਦੇ ਵਿੱਚ ਉਲਝੇ ਫਿਰਦੇ ਆ। ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਹੁਣ ਜੇ ਕੌਣ ਜਿਹੜਾ ਪ੍ਰਧਾਨ ਬਣੇ ਜਾਂ ਕੌਣ ਨਾ ਬਣੇ, ਤੇ ਫਿਰ ਦਿੱਲੀ ਦੇ ਉਹਨਾਂ ਦੇ ਚੱਕਰ ਲੱਗਦਾ। ਤੇ ਇਹਨਾਂ ਸਾਰੀ ਕਵਾਇਦ ਦੇ ਵਿੱਚ, ਇਹਨਾਂ ਸਾਰੀਆਂ ਕੋਸ਼ਿਸ਼ਾਂ ਦੇ ਵਿੱਚ ਸਮਾਂ ਬੜਾ ਬਰਬਾਦ ਹੁੰਦਾ। ਇਹ ਉਹੀ ਮੁੱਖ ਮੰਤਰੀ ਹੁੰਦੇ ਨੇ ਜਿਨ੍ਹਾਂ ਨੂੰ 1-1 ਮਿੰਟ ਦਾ ਸਮਾਂ ਬੜਾ ਕੀਮਤੀ ਹੁੰਦਾ ਤੇ ਚੌਪਰ ਚਾਹੀਦਾ ਹੁੰਦਾ ਇਹਨਾਂ ਨੂੰ। ਤੇ ਜਦੋਂ ਲੋਕ ਪੁੱਛਦੇ ਨੇ ਕਿ ਤੁਹਾਨੂੰ ਹੈਲੀਕਾਪਟਰ ਜਾਂ ਚੌਪਰ ਕਿਉਂ ਚਾਹੀਦੇ ਆ, ਤੇ ਫਿਰ ਇਹ ਕਹਿੰਦੇ ਸਾਡਾ ਸਮਾਂ ਬੜਾ ਕੀਮਤੀ ਹੈ। ਲੇਕਿਨ ਜਦੋਂ ਇਸ ਤਰ੍ਹਾਂ ਦੇ ਮੁੱਦੇ ਆਉਂਦੇ ਨੇ, ਜਦੋਂ ਪ੍ਰਧਾਨ ਥਾਪਣੇ ਆ, ਕਿਸੇ ਨੂੰ ਮੰਤਰੀ ਬਣਾਉਣਾ, ਤੇ ਫਿਰ ਆਪਣੀਆਂ ਮੀਟਿੰਗਾਂ ਕਰਨੀਆਂ, ਤੇ ਫਿਰ ਇਹਨਾਂ ਲਈ ਸਮਾਂ ਬੜਾ ਲੰਮਾ ਹੁੰਦਾ। 2 ਮਹੀਨੇ ਹੋ ਜਾਣਾ ਕੈਬਨਿਟ ਦੀ ਮੀਟਿੰਗ ਨੂੰ, ਬੜੀ ਵੱਡੀ ਗੱਲ ਆ। ਮੇਰਾ ਕਹਿਣ ਦਾ ਮਤਲਬ ਹੈ ਇਹ ਕਵਾਇਦ ਚੱਲਦੀ ਰਹੂਗੀ, ਪਾਰਟੀ ਵੀ ਆਪਣੀ ਜਗ੍ਹਾ ਤੇ ਖੜੂਗੀ। ਨਵਜੋਤ ਸਿੰਘ ਸਿੱਧੂ ਆਉਣ ਵਾਲੇ ਦਿਨਾਂ, ਜਿਵੇਂ ਹੁਣ ਉਹਨਾਂ ਨੇ ਨਵੀਂ ਗੱਲ ਕਰਤੀ ਹੈ ਕਿ ਅਸੀਂ ਤਾਂ ਅਗਲੇ ਸੈਸ਼ਨ ਜਿਹੜਾ ਸਤੰਬਰ ਦੇ ਮਹੀਨੇ ਪਹਿਲੇ ਹਫ਼ਤੇ ਸ਼ੁਰੂ ਹੋ ਰਿਹਾ ਮੌਨਸੂਨ ਸੈਸ਼ਨ ਵਿਧਾਨ ਸਭਾ ਦਾ, ਅਸੀਂ ਕਹਿੰਦੇ ਜੀ ਆਪਣੇ ਬਿਜਲੀ ਸਮਝੌਤੇ ਰੱਦ ਕਰ ਦੇਣੇ ਆ। ਇਸ ਤੋਂ ਪਹਿਲਾਂ ਉਹ ਕਹਿ ਚੁੱਕਿਆ ਕਿ ਜਿਹੜੀ ਹਰਪ੍ਰੀਤ ਸਿੰਘ ਸਿੱਧੂ ਹੋਣਾ ਦੀ ਰਿਪੋਰਟ ਆ ਬੰਦ ਲਿਫਾਫੇ 'ਚ, ਉਹ ਅਸੀਂ ਮਤਾ ਲੈ ਆਉਣਾ ਤੇ ਅਸੀਂ ਉਹਨੂੰ ਖੋਲ ਦੇਣਾ। ਦੇਖੋ ਇਹ ਦੋਨੇ ਮਸਲੇ ਪੰਜਾਬ ਦੇ ਨਾਲ ਜੁੜੇ ਆ, ਪੰਜਾਬ ਦੇ ਲੋਕਾਂ ਦੇ ਨਾਲ ਜੁੜੇ ਆ। ਕਿਸੇ ਵੀ ਤਰ੍ਹਾਂ ਨਾਲ ਕਾਂਗਰਸ ਦੇ ਖਿਲਾਫ ਜਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਖਿਲਾਫ ਮੰਨ ਕੇ ਨਾ ਚੱਲਣ। ਜਦੋਂ ਆਪਾਂ ਕੋਈ ਵੀ ਮੁੱਦੇ ਨੂੰ, ਚਾਹੇ ਨਸ਼ੇ ਦੇ ਮੁੱਦੇ ਆ, ਬੇਅਦਬੀ ਦੇ ਮੁੱਦੇ ਆ, ਜਾਂ ਤਮਾਮ ਉਸ ਤਰ੍ਹਾਂ ਦੇ ਮੁੱਦੇ ਆ, ਬੇਰੁਜ਼ਗਾਰੀ ਦੇ ਮੁੱਦੇ ਆ, ਉਹ ਕੋਈ ਕਾਂਗਰਸ ਦੇ ਖਿਲਾਫ ਨਹੀਂ ਆ, ਉਹ ਲੋਕਾਂ ਦੀ ਭਲਾਈ ਦੇ ਮੁੱਦੇ ਆ। ਤੇ ਜੇ ਕੋਈ ਗੱਲ ਕਰੂਗਾ, ਚਾਹੇ ਆਪਣੀ ਧੇਰੀ ਗੱਲ ਕਰੇ, ਜਿੰਨਾ ਚਿਰ ਮੁੱਖ ਮੰਤਰੀ ਜਾਂ ਹੋਰ ਮੰਤਰੀ ਜਿਹੜੇ ਉਹਨਾਂ ਦੀ ਸਪੋਰਟ 'ਚ ਖੜੇ ਇਹ ਨਹੀਂ ਸਮਝਦੇ ਕਿ ਇਹ ਪੰਜਾਬ ਦੇ ਮਸਲੇ ਆ, ਸਾਡੇ ਵਿਰੁੱਧ ਮਸਲੇ ਨਹੀਂ ਆ, ਉਨੀ ਦੇਰ ਤੱਕ ਰਲ ਕੇ ਚੱਲਣਾ ਮੁਸ਼ਕਲ ਆ। ਜੀ ਮੈਨੂੰ ਮਨਪ੍ਰੀਤ ਜੀ ਇੰਜ ਲੱਗਦਾ ਵੀ ਜਿੱਦਾਂ 2 ਮਹੀਨੇ ਪਹਿਲਾਂ ਇਸੇ ਰੌਲੇ ਰੱਪੇ ਦੇ ਵਿੱਚ ਕੈਬਨਿਟ ਮੀਟਿੰਗ ਨਹੀਂ ਇਹਨਾਂ ਨੇ ਹੋਣ ਦਿੱਤੀ ਕਿ ਅੰਦਰ ਪਤਾ ਨਹੀਂ ਕਿਹੜਾ ਸੱਪ ਨਿਕਲ ਆਉਣਾ, ਕਿਹੜੀ ਲੜਾਈ ਹੋ ਜੀ ਜਾਣੀ ਆ। ਹੁਣ ਜੀ ਮੈਨੂੰ ਲੱਗਦਾ ਵੀ ਇਹਨਾਂ ਵਿਧਾਨ ਸਭਾ ਦਾ ਸੈਸ਼ਨ ਹੀ ਨਹੀਂ ਹੋਣ ਦੇਣਾ। ਅਜੇ ਤੱਕ ਕੋਈ ਡੇਟ ਤਾਂ ਅਨਾਉਂਸ ਨਹੀਂ ਹੋਈ, ਕੈਬਨਿਟ ਦੇ ਵਿੱਚ ਹੀ ਹੋਣੀ ਹੁੰਦੀ ਹੈ। ਤੁਹਾਨੂੰ ਪਤਾ ਫੈਸਲਾ ਕੈਬਨਿਟ 'ਚ ਹੀ ਜੀ ਹੁੰਦਾ ਹੈ, ਜੀ ਸੈਸ਼ਨ ਕਦੋਂ ਆਉਣਾ ਤੇ ਕਦੋਂ ਖਤਮ ਹੋਣਾ। ਲੇਕਿਨ ਮੈਨੂੰ ਲੱਗਦਾ ਵੀ ਜਿਹੜੇ ਪਹਿਲਾਂ ਹੀ ਜਿੱਦਾਂ ਦੀਆਂ ਗੱਲਾਂ ਹੋ ਰਹੀਆਂ, ਧਮਕੀਆਂ ਆ ਰਹੀਆਂ, ਅਗਲੇ ਕਹਿਣਗੇ ਛੱਡੋ ਪਰੇ, ਵੈਸੇ ਵੀ ਮੌਨਸੂਨ ਤਾਂ ਹੁਣ ਲੰਘ ਗਈ ਆ, ਮੌਨਸੂਨ ਤੇ ਨਾਂ ਤੇ ਰਸਮ ਕਾਹਤੋਂ ਕਰਨੀ। ਅੱਗੇ ਕਿੰਨੀਆਂ ਕੁ ਬੈਠਕਾਂ ਰਹਿ ਗਈਆਂ ਵਿਧਾਨ ਸਭਾ ਦੀਆਂ। ਐਵੇਂ ਇੱਕ ਆਦਤ ਜੀ ਆ ਨਾ ਕਿ 2 ਵਾਰੀ ਪੌੜੀਆਂ ਚੜ੍ਹ ਕੇ ਤੇ ਬਾਹਰ ਨਾਰੇ ਨੂਰੇ ਵਿਰੋਧੀ ਮਾਰ ਜਾਣ ਤੇ ਅੰਦਰਲੇ ਜਿਹੜੇ ਆ ਉਹ ਬੈਠ ਬੂਠ ਕੇ ਬੈਂਚਾਂ ਦੇ ਉੱਤੇ, ਪੁਰਾਣੀ ਆਦਤ ਆ।
ਖੈਰ ਮੈਂ ਜਾਂਦਾ ਜਾਂਦਾ ਤੁਹਾਨੂੰ ਇਹ ਪੁੱਛੂੰਗਾ ਕਿ ਜਦੋਂ ਹਰੀਸ਼ ਰਾਵਤ ਨੇ ਚੰਡੀਗੜ੍ਹ ਆਉਣਾ ਹੈ ਤੇ ਸਾਡੇ ਵਾਲੇ ਜਿਹੜੇ ਉੱਥੇ ਦਿੱਲੀ ਗਏ ਆ, ਇਹ ਹੁਣ ਪਹਿਲਾਂ ਦੱਸਣ ਗਏ ਆ ਵੀ ਕੈਪਟਨ ਸਾਹਿਬ ਤੇ ਦੱਸ ਕੇ ਅਸੀਂ ਵੀ ਦੱਸ ਚੱਲੀਏ, ਜੇ ਉਹ ਕੋਈ ਸ਼ਿਕਾਇਤ ਲਾ ਕੇ ਤੇ ਸਾਡੀ ਵੀ ਸੁਣ ਲਓ, ਅਸੀਂ ਵੀ ਲਾ ਚੱਲਦੇ ਆ। ਇਹਦਾ ਮਤਲਬ ਹੈ ਗੱਲ ਅਜੇ ਵੀ ਕਿਸੇ ਤਣ ਪੱਤਣ ਨਹੀਂ ਲੱਗਣੀ, ਇਹ ਲੜਾਈ ਇਦਾਂ ਹੀ ਚੱਲਦੀ ਰਹਿਣੀ ਆ। ਮਤਲਬ ਕਹਿੰਦੇ ਹੁੰਦੇ ਨਾ ਵੀ ਜੇ ਘਰ 'ਚ ਹੀ ਮਜਮਾ ਲੱਗਾ ਹੋਵੇ, ਘਰ 'ਚ ਹੀ ਮਜਮਾ ਲੱਗਾ ਹੋਵੇ ਤੇ ਜਿਨ੍ਹਾਂ ਨਾਲ ਬਾਹਰ ਸਿਆਪੇ ਹੁੰਦੇ ਆ ਉਹ ਵੀ ਸਵਾਦ ਘਰ ਵਾਲੀ ਹੀ ਲੈਂਦੇ ਰਹਿੰਦੇ ਆ ਤੇ ਸਾਰੀ ਲੜਾਈ ਘਰ 'ਚ ਹੀ ਕੇਂਦਰਿਤ ਹੋ ਜਾਂਦੀ ਆ। ਇਦਾਂ ਦਾ ਕੋਈ ਏਜੰਡਾ ਤਾਂ ਨਹੀਂ, ਗਿਣੀ ਮਿਥੀ ਰੂਪ ਰੇਖਾ ਤਾਂ ਨਹੀਂ ਕਿ ਅੰਦਰ ਹੀ ਮਜਮਾ ਲਾ ਛੜੀਏ ਤਾਂ ਵਿਰੋਧੀ ਵਿਚਾਰੇ ਉਸੇ 'ਚ ਉਲਝੇ ਰਹਿਣ। ਰੰਧਾਵਾ ਜੀ, ਇੱਕ ਜਿਹੜਾ ਸਾਈਕੋਲੋਜੀਕਲੀ ਲੋਕਾਂ ਨੂੰ ਮੈਸੇਜ ਦੇਣਾ ਹੁੰਦਾ ਨਾ, ਉਹ ਚ ਆਪਣੇ ਜਿਹੜੇ ਵਿਧਾਇਕ ਨੇ ਜਾਂ ਜਿਹੜੇ ਸਾਡੇ ਸਿਆਸਤਦਾਨ, ਉਹ ਬਹੁਤ ਤੇਜ਼ ਆ। ਉੱਥੇ ਜਾ ਕੇ ਕਿਸੇ ਨੂੰ ਮਿਲਣ, ਦਿੱਲੀ ਜਾ ਕੇ ਕਿਸੇ ਨੂੰ ਨਾ ਮਿਲਣ, ਕੋਈ ਸਮਾਂ ਦੇਵੇ ਨਾ ਦੇਵੇ, ਲੇਕਿਨ ਇੱਥੇ ਅਖਬਾਰਾਂ 'ਚ ਖਬਰਾਂ ਲੱਗਦੀਆਂ ਦਿੱਲੀ ਗਏ ਆ। ਦਿੱਲੀ ਕਰਨ ਕੀ ਗਏ ਆ ਇਹ ਨਹੀਂ ਦੱਸਦੇ, ਕੀ ਗੱਲ ਕਰਕੇ ਆਏ ਆ ਉਸ ਤੇ ਖੁਲਾਸਾ ਨਹੀਂ ਕਰਦੇ। ਫਿਰ ਚੋਰੀ ਛੁਪੇ ਥੋੜੇ ਥੋੜੇ ਕਿਸੇ ਪੱਤਰਕਾਰ ਨੂੰ ਹੋਏ, ਕਿਸੇ ਮੀਡੀਆ ਨੂੰ, ਫਿਰ ਖਬਰਾਂ ਲੀਕ ਕਰਦੇ ਆ। ਸੋ ਕਹਿਣ ਦਾ ਮਤਲਬ ਆ, ਜਿੰਨਾ ਇਸ ਚੀਜ਼ ਦਾ ਇਹ ਸਾਈਕੋਲੋਜੀਕਲੀ ਯਾਨੀ ਲਾਹਾ ਲੈਂਦੇ ਆ ਇਸ ਚੀਜ਼ ਦਾ, ਖਬਰਾਂ ਲਵਾ ਕੇ ਕਿ ਦੇਖੋ ਜੇ ਕਿਸੇ ਦੂਸਰੇ ਵਿਅਕਤੀ ਦੀ ਵਿਰੋਧੀ ਦੀ ਸਰਕਾਰੀ ਦਰਬਾਰੇ ਪੁੱਛ ਗਿੱਛ ਤਾਂ ਸਾਡੀ ਵੀ ਘੱਟ ਨਹੀਂ ਆ, ਅਸੀਂ ਵੀ ਜਦੋਂ ਮਰਜ਼ੀ ਸਮਾਂ ਲੈ ਲਈਏ, ਅਸੀਂ ਵੀ ਜਦੋਂ ਮਰਜ਼ੀ ਗੱਲ ਕਰ ਲਈ। ਗੱਲ ਕਰਨੀ ਕੀ ਆ, ਹਰੀਸ਼ ਰਾਵਤ ਤਾਂ ਆ ਰਹੇ ਆ, ਅਗਲੇ ਹਫ਼ਤੇ ਉਹਨਾਂ ਨੇ ਕਹਿਣਾ ਵੀ ਭਾਈ ਸਿੱਧੂ ਦੇ ਬੰਦਿਆਂ ਨੂੰ ਨਾ ਕੱਢਿਓ ਜਾਂ ਕੈਪਟਨ ਦੇ ਧੜੇ ਦੇ ਬੰਦੇ ਆ ਉਹਨਾਂ ਨੂੰ ਵੀ ਨਾ ਕੱਢਿਓ, ਦੋਨਾਂ ਦੀ ਸਾਂਝ ਪਾ ਲਿਓ। ਦੋਨੇ ਧਿਰਾਂ ਨੂੰ ਲੱਗਣਾ ਨਹੀਂ ਚਾਹੀਦਾ ਕਿ ਭਾਈ ਉਹਨਾਂ ਦੀ ਕਿਸੇ ਤਰ੍ਹਾਂ ਛਾਂਟੀ ਹੋ ਗਈ ਆ। ਗੱਲ ਤਾਂ ਉਹ ਕਰਨ ਆ ਰਹੇ ਆ, ਲੇਕਿਨ ਦਿਖਾਉਣਾ ਲੋਕਾਂ ਨੂੰ ਇਹ ਆ ਕਿ ਦੇਖੋ ਅਸੀਂ ਕੋਈ ਕਸਰ ਨਹੀਂ ਛੱਡੀ, ਦਿੱਲੀ ਗੱਡੀਆਂ ਭਜਾ ਲਈਆਂ, ਜਿਵੇਂ ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ। ਉਹ ਜਿਹੜਾ ਮੈਸੇਜ ਆ ਨਾ, ਉਹ ਦੇਣਾ ਇਹਨਾਂ ਨੂੰ ਲੱਗਦਾ ਕਿ ਬਹੁਤ ਜ਼ਰੂਰੀ ਆ ਕਿ ਦੇਖੋ ਅਸੀਂ ਕੋਈ ਕਸਰ ਨਹੀਂ ਛੱਡੀ, ਬਾਕੀ ਜੋ ਹੋਣਾ ਸੀ ਉਹ ਹੋ ਗਿਆ ਜੀ। ਵੈਸੇ ਮਨਪ੍ਰੀਤ ਜੀ, ਸਾਡਾ ਇੱਕ ਮਿੱਤਰ ਸੀ, ਬੜਾ ਤੇਜ਼ ਤਰਾਰ ਹੁੰਦਾ ਸੀਗਾ ਤੇ ਉਹਨੇ ਨਾ ਇੱਕ ਮਸ਼ਹੂਰ ਮੁੱਖ ਮੰਤਰੀ ਉਹਦੇ ਸਿਕਿਉਰਿਟੀ ਅਮਲੇ ਨਾਲ ਯਾਰੀ ਪਾਈ ਹੁੰਦੀ, ਵੇਲੇ ਵੇਲੇ ਉਹਨਾਂ ਦੀ ਸੇਵਾ ਕਰਦੇ ਰਹਿਣਾ ਤੇ ਜਦੋਂ ਕਿਤੇ ਘਰ ਜਾਣਾ ਤੇ ਉੱਥੇ ਐਮਐਲਏ ਮੰਤਰੀ ਬਾਹਰ ਵੇਟ ਕਰਦੇ ਹੋਣੇ, ਵੱਡੇ ਵੱਡੇ ਲੀਡਰ, ਤੇ ਉਹਨੂੰ ਸਿਕਿਉਰਿਟੀ ਵਾਲਿਆਂ ਹੌਲੀ ਜੀ ਅੰਦਰ ਲੰਘਾ ਦੇਣਾ। ਬੜੀ ਬੱਲੇ ਬੱਲੇ ਹੁੰਦੀ ਸੀ, ਬੜੀ ਪਹੁੰਚ ਆ। ਉਹਨੇ ਜਾ ਕੇ ਕਿਸੇ ਖੂੰਜੇ ਦੇ ਵਿੱਚ ਬੈਠੇ ਰਹਿਣਾ, ਅੱਧੇ ਕੁ ਘੰਟੇ ਬਾਅਦ ਹੌਲੀ ਜੀ ਬਾਹਰ ਆ ਜਾਣਾ, ਨਾ ਅੰਦਰ ਕਿਸ ਨੂੰ ਮਿਲਿਆ ਨਾ ਕੁਝ ਲਿਆ ਕੁਝ ਦਿੱਤਾ, ਬਾਹਰ ਬੜੀ ਬੱਲੇ ਬੱਲੇ ਫਲਾਣੇ ਦੀ ਤੇ ਬੜੀ ਸਿੱਧੀ ਪਹੁੰਚ ਜਾ ਵੜਦਾ ਜਿਹਦੀ। ਸੋ ਸਿਆਸਤ ਦੇ ਵਿੱਚ ਇਹ ਵਰਤਾਰੇ ਬੜੇ ਕੰਮ ਕਰਦੇ ਆ। ਸਰਦਾਰ ਬੀਰਦਵਿੰਦਰ ਸਿੰਘ ਹੋਰੀ ਜਾ ਕੇ ਲੋਕਪਾਲ ਕੋਲੇ ਇੱਕ ਐਪਲੀਕੇਸ਼ਨ ਦੇ ਆਉਂਦੇ ਆ, ਉਹਨਾਂ ਦੇ ਨਾਲ ਜਸਟਿਸ ਨਿਰਮਲ ਸਿੰਘ ਔਰ ਬੀਬੀ ਪਰਮਜੀਤ ਕੌਰ ਗੁਲਸ਼ਨ ਜਿਹੜੇ ਕਿ ਸਾਬਕਾ ਮੈਂਬਰ ਪਾਰਲੀਮੈਂਟ ਹੈ, ਉਹ ਵੀ ਜਾਂਦੇ ਆ। ਔਰ ਇਹ ਬੜਾ ਦੁੱਖ ਦਾ ਕਿ ਕਿਸੇ ਸਰਕਾਰੀ ਪ੍ਰਾਪਰਟੀ ਨੂੰ ਕੌਡੀਆਂ ਦੇ ਭਾਅ ਵੇਚ ਦੇਣਾ, ਉਹ ਇਹਨੂੰ 300 ਕਰੋੜ ਦਾ ਘੁਟਾਲਾ ਦੱਸ ਰਿਹਾ, ਜਿਹਨੂੰ ਅਤੁਲ ਨੰਦਾ 125 ਦਾ ਕਹਿ ਰਹੇ ਸੀਗੇ ਜਾਂ 115 ਦਾ। ਖੈਰ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ, ਭ੍ਰਿਸ਼ਟ ਪ੍ਰੈਕਟਿਸਿਸ ਨੂੰ ਨੱਥ ਪੈਣੀ ਚਾਹੀਦੀ ਆ। ਇਹਦੇ ਤੇ ਜਾਂਦੇ ਜਾਂਦੇ ਟਿੱਪਣੀ ਕਰ ਦਿਓ। ਇਹ 125 ਕਰੋੜ ਦਾ, 300 ਦਾ ਕਿ 400 ਕਰੋੜ ਦਾ, ਇਹ ਜਿੰਨੀ ਦੇਰ ਤੱਕ ਜਾਂਚ ਨਹੀਂ ਹੁੰਦੀ ਆਪਾਂ ਨੂੰ ਪਤਾ ਨਹੀਂ ਲੱਗਣਾ। ਇਹ ਜੇ ਪਹਿਲ ਸਰਕਾਰ ਕਰ ਲੈਂਦੀ ਕਿ ਚਲੋ ਜੀ, ਜੇ ਇਸ ਤਰ੍ਹਾਂ ਦੀ ਗੱਲ ਆਈ ਹੈ ਸਾਹਮਣੇ, ਸਾਡੇ ਹੀ ਏਜੀ ਨੇ ਕਿਹਾ, ਐਡਵੋਕੇਟ ਜਨਰਲ ਜਿਨ੍ਹਾਂ ਦੀ ਬੜੀ ਗੱਲ ਮੰਨਦੇ ਨੇ, ਜਿਨ੍ਹਾਂ ਨੂੰ ਬੜਾ ਥਾਪੜਾ ਦੇ ਕੇ ਰੱਖਦੇ ਨੇ, ਕੈਪਟਨ ਅਮਰਿੰਦਰ ਸਿੰਘ, ਇਹ ਜਾਂਚ ਦੇ ਹੁਕਮ ਦੇ ਦਿੰਦੇ ਤਾਂ ਕੋਈ ਮਾੜੀ ਗੱਲ ਨਹੀਂ ਸੀ। ਸੁੰਦਰ ਸ਼ਾਮ ਅਰੋੜਾ ਨੂੰ ਵੀ ਚਾਹੀਦਾ ਸੀ, ਉਹ ਵੀ ਅੱਗੇ ਆ ਕੇ ਗੱਲ ਕਰਦੇ, ਲੇਕਿਨ ਇਹ ਗੱਲ ਕਰਦੇ ਨਹੀਂ। ਇਸੇ ਕਰਕੇ ਬੀਰ ਦਵਿੰਦਰ ਵਰਗਿਆਂ ਨੂੰ, ਜਿਹੜੇ ਸਾਬਕਾ ਡਿਪਟੀ ਸਪੀਕਰ ਰਹੇ ਨੇ ਆਪਣੇ ਵਿਧਾਨ ਸਭਾ ਦੇ, ਜਾਂ ਜਸਟਿਸ ਨਿਰਮਲ ਸਿੰਘ ਨੂੰ ਜਾਂ ਪਰਮਜੀਤ ਕੌਰ ਗੁਲਸ਼ਨ ਹੋਣਾ ਨੂੰ ਜਾਣਾ ਪੈਂਦਾ ਲੋਕਪਾਲ ਕੋਲੇ ਕਿ ਭਾਈ ਇਹਦੀ ਜਾਂਚ ਕਰਵਾਓ। ਹੁਣ ਲੋਕਪਾਲ ਇਸ ਤੇ ਕੀ ਫੈਸਲਾ ਲੈਂਦੇ ਨੇ, ਕਿਸ ਤਰ੍ਹਾਂ। ਲੋਕਪਾਲ ਦੀਆਂ ਜਾਂਚਾਂ ਰੰਧਾਵਾ ਜੀ ਪਹਿਲਾਂ ਵੀ ਹੋ ਚੁੱਕੀਆਂ, ਕੋਈ ਉਹਦਾ ਸਿੱਟਾ ਨਹੀਂ ਲੱਗਦਾ। ਆਪਣੇ ਸਰਕਾਰ ਦੇ ਕਾਂਗਰਸ ਦੇ ਕੁਝ ਮੰਤਰੀ ਉਹਨਾਂ ਚੀਜ਼ਾਂ 'ਚ ਫਸੇ ਵੀ ਹੋਏ ਆ। ਹੁਣ ਕਿਉਂਕਿ ਆਪਣੇ ਕੋਲ ਸਮਾਂ ਥੋੜਾ, ਕਦੇ ਇਸ ਬਾਰੇ ਵੀ ਜ਼ਿਕਰ ਕਰ ਲਾਂਗੇ। ਲੇਕਿਨ ਕਈ ਵਾਰੀ ਇਹਨਾਂ ਚੀਜ਼ਾਂ ਤੇ ਵੀ ਭਰੋਸਾ ਨਹੀਂ ਹੁੰਦਾ। ਜਦੋਂ ਜਾਂਚ ਹੋ ਜਾਂਦੀ ਹੈ, ਆਮ ਤੌਰ ਤੇ ਜਾਂਚਾਂ ਦੇ ਵਿੱਚ ਜਾ ਕੇ ਚੀਜ਼ਾਂ ਗਵਾਚ ਜਾਂਦੀਆਂ ਨੇ, ਕਿਤੇ ਨਾ ਕਿਤੇ ਦਰੀ ਥੱਲੇ ਲੁਕੋ ਦਿੱਤੀਆਂ ਜਾਂਦੀਆਂ ਨੇ, ਕਿਸੇ ਅਲਮਾਰੀ 'ਚ ਬੰਦ ਕਰ ਦਿੱਤੀਆਂ ਜਾਂਦੀਆਂ, ਜਾਂ ਤੁਸੀਂ ਕਹਿ ਲਓ ਲਿਫਾਫੇ 'ਚ। ਗੱਲ ਇਹ ਹੈ ਕਿ ਉਹ ਚੀਜ਼ਾਂ ਬਾਹਰ ਹੀ ਨਹੀਂ ਆਉਂਦੀਆਂ। ਅਸੀਂ ਚਾਹੁੰਦੇ ਹਾਂ ਕਿ ਇਹ ਚੀਜ਼ਾਂ ਬਾਹਰ ਆਉਣ। ਜਿਵੇਂ ਇਹ ਟਰਾਂਸਪੇਰੈਂਸੀ ਇੱਕ ਲੋਕ ਤੰਤਰ ਦੇ ਵਿੱਚ ਹੋਣੀ ਚਾਹੀਦੀ ਹੈ, ਕਿਸੇ ਡੈਮੋਕ੍ਰੇਸੀ ਦੇ ਵਿੱਚ ਹੋਣੀ ਚਾਹੀਦੀ ਹੈ, ਉਸ ਤਰ੍ਹਾਂ ਦੀ ਟਰਾਂਸਪੇਰੈਂਸੀ ਹੋਵੇ। ਔਰ ਜਿਹੜੇ ਲੋਕਪਾਲ ਆ ਉਹਨਾਂ ਨੂੰ ਵੀ ਚਾਹੀਦਾ ਕਿ ਇਹਦੀ ਜਾਂਚ ਕਰਕੇ ਸਾਰੇ ਅੱਗੇ ਥੋੜੀ ਜਲਦੀ ਲੈ ਕੇ ਆਉਣ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਸ ਦੇ ਵਿੱਚ ਕੀ ਕੁਝ ਸਰਕਾਰ ਨੇ ਮਾਲੀਆ ਗਵਾਇਆ ਜਾਂ ਨਹੀਂ ਗਵਾਇਆ। ਜ਼ਰੂਰੀ ਬਹੁਤ ਆ ਜਾਂਚ, ਤਾਂ ਕਿ ਸਰਕਾਰ ਜਿਹੜਾ ਰੈਵਨਿਊ ਲਾਸ ਹੁੰਦਾ ਉਹਦੀ ਭਰਪਾਈ ਕਰ ਸਕੇ ਜੀ। ਸਰਦਾਰ ਬੀਰਦਵਿੰਦਰ ਸਿੰਘ ਜਿਹੜੇ ਸਾਬਕਾ ਡਿਪਟੀ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ, ਬੜੇ ਲਰਨਡ ਬੰਦੇ ਨੇ, ਔਰ ਉਹਨਾਂ ਕੋਲੇ ਇਹਦੇ ਨਾਲ ਸੰਬੰਧਿਤ ਬੜੇ ਪੁਖਤਾ ਅੰਕੜੇ ਉਹਨਾਂ ਨੇ ਮੈਨੂੰ ਬਹੁਤ ਪਹਿਲਾਂ ਗੈਰ ਰਸਮੀ ਗੱਲਬਾਤ ਦੇ ਵਿੱਚ ਦੱਸਿਆ ਸੀਗਾ
ਕਿ ਇਹ ਨੈਕਸਸ ਕਿਸੇ ਹੋਰ ਜਗ੍ਹਾ ਵੀ ਜੁੜਦਾ ਹੈ। ਸੋ ਅਗਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਉਹ ਇੱਕ ਵੱਡਾ ਖੁਲਾਸਾ ਵੀ ਕਰ ਦੇਣ ਕਿ ਇਹਦੇ ਵਿੱਚ ਕੌਣ ਕੌਣ ਕਿੱਦਾਂ ਕਿੱਦਾਂ ਸ਼ਾਮਲ ਸੀ, ਲੇਕਿਨ ਇਹ ਸੱਚਮੁੱਚ ਜਾਂਚ 'ਚ ਸਾਹਮਣੇ ਆਉਣਾ ਚਾਹੀਦਾ ਕਿ ਸਰਕਾਰ ਨੂੰ, ਪੰਜਾਬ ਦੇ ਲੋਕਾਂ ਨੂੰ ਕਿੰਨੀ ਕੁ ਵੱਡੀ ਇਹਦੇ 'ਚ ਨੁਕਸਾਨ ਸਹਿਣਾ ਪਿਆ। ਲੇਕਿਨ ਅਗਲੇ ਦਿਨਾਂ 'ਚ ਜਿਸ ਦਾ ਪ੍ਰਕਾਸ਼ ਸਿੰਘ ਬਾਦਲ ਤੁਹਾਨੂੰ ਮੁੱਖ ਧਾਰਾ ਦੀ ਸਿਆਸਤ ਵਿੱਚ ਵੱਡੇ ਚਿਹਰੇ ਵਾਂਗ ਫਿਰ ਤੁਰਦੇ ਫਿਰਦੇ ਨਜ਼ਰ ਆਉਣ ਤੇ ਕੋਈ ਅੱਤ ਕਥਨੀ ਨਹੀਂ ਹੋਊਗੀ। ਤੇ ਦਿੱਲੀ ਦੇ ਗਲਿਆਰਿਆਂ ਦੇ ਵਿੱਚੋਂ ਹੁਣ ਨਿਕਲਣਾ ਨੁਕਲਣਾ ਤੇ ਕੱਖ ਨਹੀਂ, ਇਹਨਾਂ ਨੂੰ ਮੜਿਕਣਾ ਚੰਡੀਗੜ੍ਹ ਹੀ ਪੈਣਾ ਸਾਰਿਆਂ ਨੂੰ। ਚੰਗਾ ਚੰਡੀਗੜ੍ਹ ਦੇ ਵਿੱਚ ਹੀ ਰਸਮਾਂ ਕਰ ਲਿਆ ਕਰਨ। ਮਨਪ੍ਰੀਤ ਜੀ ਬਹੁਤ ਮਿਹਰਬਾਨੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਰੰਧਾਵਾ ਜੀ।